ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਮੂਕ ਉਚਰੈ ਸਾਸਤਰ ਖਟ ਪਿੰਗ ਗਿਰਨ ਚੜ੍ਹ ਜਾਏ ਅੰਧ ਲਖੈ ਬਦਰੁ ਸੁਨੈ ਜੋ ਕਾਲ ਕਿਰਪਾ ਕਰਾਏ ਜੋ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਵਾਹਿਗੁਰੂ ਸਾਹਿਬ ਜੀ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਿ ਨਾਹੁ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੂ ਪੋਖ ਤੁਖਾਰ ਨਾ ਵਿਆਪਈ। ਸਤਿਗੁਰੂ ਗਰੀਬ ਨਿਵਾਜ ਹਲਤ ਪਲਤ ਕੇ ਰਖਿਅਕ ਧਰਤੀ ਨੂੰ ਧੀਰਜ ਬਖਸ਼ਣਹਾਰ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਥ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਹਾਜ਼ਰਾ ਹਜੂਰ ਗੁਰਤਾ ਗੱਦੀ ਤੇ ਸੁਭਾਏ ਮਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ
ਸੁਭਾਏਮਾਨ ਹੋ ਰਹੀ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਸਭ ਤੋਂ ਪਹਿਲਾਂ ਅੰਮ੍ਰਿਤ ਕੇ ਦਾਤੇ ਕਲਗੀਧਰ ਚੋਜੀ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਦੇ ਸਦਕਾ ਆਪ ਜੀ ਨੂੰ ਸਤ ਸੰਗਤ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ ਦੇ ਮਹਾਵਾਕਾਂ ਅਨੁਸਾਰ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਪਾਵਨ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਅੰਦਰ ਸੁੱਖਾਂ ਦੀ ਮਣੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਜਾਪ ਉਪਰੰਤ ਮਹੀਨੇ ਦਾ ਜਿਸ ਬਾਣੀ ਅੰਦਰ ਉਪਦੇਸ਼ ਹੈ, ਸ਼੍ਰੀ 12 ਮਾਹ ਦੀ ਬਾਣੀ ਦਾ ਪਾਵਨ ਪਾਠ ਉਪਰੰਤ ਬੜੇ ਹੀ ਪ੍ਰੇਮ ਦੇ ਨਾਲ ਆਪ ਜੀ ਨੇ ਰਾਗੀ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਬਾਣੀ ਆਪ ਜੀ ਸ੍ਰੀ ਸੁਖਮਨੀ ਸਾਹਿਬ ਸਰਵਣ ਕਰ ਰਹੇ ਸਨ। ਜਗਿਆਸੂ ਨੇ ਬੇਨਤੀ ਕੀਤੀ, ਮਹਾਰਾਜ ਜੀ ਕੋਈ ਵੀ ਚੇਲਾ, ਕੋਈ ਸਿੱਖ ਜੋ ਵੀ ਉਹਨੂੰ ਚਾਹੀਦਾ ਹੁੰਦਾ ਆਪਣੇ ਮਾਲਕ ਦੇ ਕੋਲੋਂ ਮੰਗਦਾ ਹੈ, ਤੇ ਗਰੀਬ ਨਵਾਜ਼ ਜੀ ਆਪ ਜੀ ਦੇ ਕੋਲੋਂ ਆਪ ਜੀ ਦਾ ਸਿੱਖ ਕਿਵੇਂ ਮੰਗੇ। ਆਪ ਜੀ ਦੇ ਸਿੱਖ ਨੂੰ ਮਹਾਰਾਜ ਜੀ ਆਪ ਜੀ ਬਾਣੀ ਅੰਦਰ ਕਹਿੰਦੇ ਹੋ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿ ਰਹਿ ਜਾਏ ਮਨੁੱਖ, ਕਿ ਜਿਹੜੇ ਦੁੱਖ ਸੁੱਖ ਹੈ ਇਹ ਮਨੁੱਖ ਦੇ ਦੋ ਕੱਪੜੇ ਹੈ। ਜਿਵੇਂ ਮਨੁੱਖ ਇੱਕ ਕੱਪੜੇ ਪਾ ਲੈਂਦਾ ਆ ਤੇ ਗੰਦੇ ਹੋਣ ਤੇ ਉਹ ਲਾਹ ਦਿੰਦਾ ਤੇ ਦੂਸਰੇ ਕੱਪੜੇ ਪਾ ਲੈਂਦਾ। ਤੋ ਆਪ ਜੀ ਦੱਸਦੇ ਹੋ ਕਿ ਜਿਹੜੇ ਦੁੱਖ ਹੈ ਇਹ ਵੀ ਇੱਦਾਂ ਹੀ ਆ ਵੀ ਕਦੇ ਮਨੁੱਖ ਦੀ ਜ਼ਿੰਦਗੀ ਵਿੱਚ ਦੁੱਖ ਆ ਜਾਂਦਾ, ਕਦੇ ਸੁੱਖ ਆ ਜਾਂਦਾ। ਨਾ ਤਾਂ ਸਾਰੀ ਉਮਰ ਦੁੱਖ ਹੀ ਰਹਿੰਦੇ ਹੈ ਤੇ ਨਾ ਸਾਰੀ ਉਮਰ ਸੁੱਖ ਹੀ ਰਹਿੰਦੇ ਹੈ, ਕਿਉਂਕਿ ਸੁੱਖ ਦਾ ਵਿਰੋਧੀ ਸ਼ਬਦ ਹੈ ਦੁੱਖ, ਤੇ ਜੇ ਦੁੱਖ ਹੈ ਤਾਂ ਸੁੱਖ ਵੀ ਇੱਕ ਦਿਨ ਆਉਣਾ ਹੀ ਹੈ, ਤੇ ਜੇ ਸੁੱਖ ਹੈ ਤਾਂ ਦੁੱਖ ਵੀ ਇੱਕ ਦਿਨ ਆਉਣਾ। ਜੇ ਦੁੱਖ ਹੈ ਫਿਰ ਸੁੱਖ ਵੀ ਆਉਣਾ, ਭਾਵ ਦੋਵਾਂ ਨੇ ਆਪੋ ਆਪਣੀ ਬਾਰੀ ਚੱਲਣਾ ਹੈ। ਪਰ ਮਹਾਰਾਜ ਜੀ ਫਿਰ ਜੇ ਦੁੱਖ ਸੁੱਖ ਆਉਂਦੇ ਰਹਿਣੇ ਹੈ, ਜੇ ਸੁੱਖ ਨਹੀਂ ਰਹਿਣਾ ਦੁੱਖ ਆਉਣਾ ਹੈ, ਤਾਂ ਫਿਰ ਆਪ ਜੀ ਦੇ ਸਿੱਖ ਬਣਨ ਦਾ ਕੀ ਲਾਭ ਹੈ। ਮਹਾਰਾਜ ਜੀ ਜੇ ਆਪ ਜੀ ਦਾ ਸਿੱਖ ਦੁੱਖਾਂ ਵਿੱਚ ਤੁਰਿਆ ਫਿਰੇ ਫਿਰ ਕੀ ਲਾਭ ਸਿੱਖ ਬਣਨ ਦਾ, ਕੀ ਲਾਭ ਬਾਣੀ ਪੜ੍ਹਨ ਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਸਿੱਖਾ ਜੇ ਸਦਾ ਹੀ ਸੁੱਖ ਚਾਹੁੰਦਾ ਹੈ ਨਾ, ਦੁੱਖ ਤੈਨੂੰ ਆਵੇ ਹੀ ਨਾ। ਜੇ ਇਹ ਮਨ ਦੇ ਵਿੱਚ ਇੱਛਾ ਕਰਦਾ ਆ ਕਿ ਮੇਰੇ ਤਾਈਂ ਦੁੱਖ ਵਿਆਪੇ ਹੀ ਨਾ, ਤਾਂ ਮਹਾਰਾਜ ਜੀ ਕਹਿੰਦੇ ਅਸੀਂ ਐਸੀ ਬਾਣੀ ਉਚਾਰਨ ਕੀਤੀ ਆ ਜਿਹਦਾ ਨਾਮ ਹੀ ਅਸੀਂ ਸੁੱਖਾਂ ਦਾ ਮਣੀ ਰੱਖ ਦਿੱਤਾ। ਤਾਂ ਲਿਖਿਆ ਮਹਾਰਾਜ ਜੀ ਨੇ ਸੁਖਮਨੀ ਸਾਹਿਬ, ਸੁੱਖਾਂ ਦੀ ਮਣੀ। ਸਤਿਗੁਰੂ ਜੀ ਕਹਿੰਦੇ ਜਿਹੜਾ ਇਸ ਬਾਣੀ ਦਾ ਪਾਵਨ ਜਾਪ ਸਿੱਖ ਆਪਣੀ ਰਸਨਾ ਤੋਂ ਕਰੇਗਾ ਨਾ, ਉਹਦੇ ਕੋਲ ਸੁੱਖਾਂ ਦੀਆਂ ਮਣੀਆਂ ਆ ਜਾਣਗੀਆਂ। ਮਣੀਆਂ ਨੂੰ ਦੁੱਖ ਨਹੀਂ ਕਦੇ ਵਿਆਪੇਗਾ। ਸੁੱਖ ਮਨੀ, ਮਹਾਰਾਜ ਜੀ ਕਹਿੰਦੇ ਸੁੱਖਾਂ ਦੀਆਂ ਮਣੀਆਂ ਉਹਨੂੰ ਪ੍ਰਾਪਤ ਹੋਣਗੀਆਂ। ਇਹ ਅਸੀਂ ਐਸੀ ਸੁੱਖਾਂ ਦੀ ਮਣੀ ਜਿਹੜੀ ਪਾਵਨ ਬਾਣੀ ਤੁਹਾਨੂੰ ਦਿੱਤੀ ਹੈ, ਤੇ ਸੁੱਖਾਂ ਦੀ ਮਣੀ ਪਾਵਨ ਬਾਣੀ ਤੁਹਾਨੂੰ ਦਿੱਤੀ ਤੇ ਇਹਨੂੰ ਰੋਜ਼ ਪੜ੍ਹੋ। ਦੱਸਦੇ ਹਨ ਵਿਦਵਾਨ ਸਾਧ ਸੰਗਤ ਜੀ, ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ 24,000 ਅੱਖਰ ਹੈ। 24,000 ਅੱਖਰ, ਤੇ ਮਨੁੱਖ ਇੱਕ ਦਿਨ ਦੇ ਵਿੱਚ ਇੰਨੇ ਹੀ ਸਾਹ ਲੈਂਦਾ ਆ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਕਰ ਲਿਆ ਜਾਵੇ ਨਾ, ਤਾਂ 24,000 ਜਿਹੜਾ ਸਵਾਸ ਹੈ ਸਫਲ ਹੋ ਜਾਵੇਗਾ। ਕਿੰਨਾ ਕਿਤੇ ਸਮਾਂ ਲੱਗਦਾ, 1.5 ਘੰਟਾ,
1 ਘੰਟਾ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਨ ਵਾਸਤੇ। ਤੋ ਬੜੇ ਪ੍ਰੇਮ ਦੇ ਨਾਲ ਆਪ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਮਹਾਰਾਜ ਜੀ ਦੇ ਕੰਠ ਉਚਾਰਨ ਕੀਤੀ, ਸਰਵਣ ਕੀਤੀ ਹੈ। ਜਿਸ ਬਾਣੀ ਦਾ ਜਾਪ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੱਤੀ ਤਵੀ ਦੇ ਉੱਤੇ ਬਹਿ ਕੇ ਵੀ ਮਹਾਰਾਜ ਜੀ ਨੇ ਕੀਤਾ। ਤਾਂ ਗਰੀਬ ਨਵਾਜ ਜੀ ਨੇ ਫਿਰ ਉੱਥੇ ਬਚਨ ਕੀਤੇ, ਕਲ ਤਾਤੀ ਠਾਂਡਾ ਹਰ ਨਾਉ। ਮਹਾਰਾਜ ਜੀ ਕਹਿੰਦੇ ਕਲਯੁਗ ਭਾਈ ਤੱਤਾ ਆ, ਤ੍ਰਿਸ਼ਨਾ ਦੇ ਨਾਲ ਭਰਿਆ ਹੋਇਆ, ਵਿਕਾਰਾਂ ਦੇ ਨਾਲ, ਪਰ ਮਹਾਰਾਜ ਜੀ ਦਾ ਨਾਮ ਠੰਡਾ ਹੈ। ਗਰੀਬ ਨਵਾਜ ਜੀ ਨੇ ਤਵੀ 'ਤੇ ਬਹਿ ਕੇ ਵੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਅਤੇ ਮਹਾਰਾਜ ਜੀ ਨੇ ਉੱਚੀ ਉੱਚੀ ਇਹ ਪੰਗਤੀਆਂ ਪੜ੍ਹੀਆਂ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਮਹਾਰਾਜ ਜੀ ਤੇਰਾ ਕੀਤਾ ਹੋਇਆ ਭਾਣਾ ਸਾਨੂੰ ਮਿੱਠਾ ਲੱਗਦਾ, ਬਸ ਇੱਕੋ ਹੀ ਇੱਕ ਮੰਗ ਹੈ ਵੀ ਨਾਮ ਦੀ ਦਾਤ ਬਖਸ਼ ਦਿਓ। ਤੋ ਆਪ ਜੀ ਨੇ ਸਾਧ ਸੰਗਤ ਜੀ ਐਸੀ ਪਾਵਨ ਬਾਣੀ ਦਾ ਜਾਪ ਸਰਵਣ ਕੀਤਾ, ਜਿਹਦਾ ਸਰਵਣ ਕਰਨ ਦਾ ਵੀ ਬੜਾ ਲਾਭ ਹੈ। ਉਸ ਤੋਂ ਉਪਰੰਤ ਆਪ ਜੀ ਨੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਕੀਰਤਨ ਜਿਹੜਾ ਸਾਧ ਸੰਗਤ ਜੀ ਸਰਵਣ ਕਰਦਾ ਹੈ ਨਾ ਨਿਤਾ ਪ੍ਰਤੀ, ਮਹਾਰਾਜ ਜੀ ਬਚਨ ਕਰਦੇ, ਹਰ ਕੀਰਤਨ ਗੁਰਮੁਖ ਜੋ ਸੁਨਤੇ, ਵੈਰ ਵਿਰੋਧ ਮਿਟੇ ਤਿਹ ਤਨ ਤੇ। ਜਿਹੜਾ ਕੀਰਤਨ ਸਰਵਣ ਕਰਦਾ ਹੈ ਨਾ ਗੁਰਮੁਖ, ਉਹਦੇ ਮਨ ਤਨ ਦੇ ਵਿੱਚੋਂ ਵੈਰ ਵਿਰੋਧ ਭਾਵਨਾ ਸਭ ਮਿਟ ਜਾਂਦੀਆਂ, ਖਤਮ ਹੋ ਜਾਂਦੀਆਂ। ਕਿਉਂਕਿ ਕੀਰਤਨ ਇੱਕ ਐਸਾ ਹੱਲਾ ਹੈ ਜਿਹੜਾ ਹਿਰਦੇ ਦੇ ਵਿੱਚੋਂ ਵਿਕਾਰਾਂ ਦੀ ਤਪਸ਼ ਮਿਟਾ ਦਿੰਦਾ। ਮੈਂ ਇੱਕ ਦ੍ਰਿਸ਼ਟਾਂਤ ਬੜੀ ਵਾਰ ਅੱਗੇ ਵੀ ਕਥਾ 'ਚ ਦਿੰਦਾ ਹੁੰਦਾ ਕਿ ਜਿਵੇਂ ਕੋਈ 5-7 ਖੇਤ ਇਕੱਠੇ ਹੋਣ ਤਾਂ ਉਹਨਾਂ ਦੇ ਵਿੱਚ ਇੱਕ ਮੋਟਰ ਲਾ ਦਈਏ, ਪਾਣੀ ਵਾਲਾ ਬੋਰ ਕਰ ਦਈਏ, ਤਾਂ ਉਸ ਇੱਕ ਮੋਟਰ ਦੇ ਨਾਲ, ਇੱਕ ਬੋਰ ਦੇ ਨਾਲ ਜਿਹੜੇ ਆਲੇ ਦੁਆਲੇ ਦੇ 3-4 ਖੇਤ ਉਹ ਸਿੰਜੇ ਜਾ ਸਕਦੇ ਹਨ ਪਾਣੀ ਨਾਲ, ਪਰ ਬਹੁਤੀ ਦੂਰ ਉਸ ਮੋਟਰ ਦਾ ਪਾਣੀ ਜਿਹੜਾ ਨਹੀਂ ਲਿਜਾਇਆ ਜਾ ਸਕਦਾ, ਬਹੁਤੀ ਦੂਰ ਨਹੀਂ ਜਾ ਕੇ ਉਹ ਖੇਤ ਸਿੰਜ ਸਕਦਾ। ਕੋ ਆਲੇ ਦੁਆਲੇ 5-7 ਖੇਤ ਜਿੱਥੇ ਤੱਕ ਉਹਦੀ ਪਹੁੰਚ ਹੈ ਪਾਣੀ ਦੀ, ਉਹ ਸਿੰਜ ਸਕਦਾ ਆ ਖੇਤ। ਅਤੇ ਜੇ ਮੀਂਹ ਉੱਤੋਂ ਪਵੇ ਤਾਂ ਫਿਰ ਉਹ ਸਾਰੇ ਖੇਤਾਂ ਨੂੰ ਸਿੰਜ ਸਕਦਾ ਆ। ਇਵੇਂ ਜਿਹੜਾ ਸਾਧ ਸੰਗਤ ਜੀ ਤੇਜ਼ ਮੀਂਹ ਪੈਣਾ ਹੈ ਨਾ, ਤੇਜ਼ ਬੜੀ ਜ਼ੋਰ ਦੀ ਮੀਂਹ ਪੈਣਾ, ਨਾਲ ਹਨੇਰੀ ਚੱਲਣੀ, ਬੜੇ ਜ਼ੋਰ ਦੀ ਬਾਰਿਸ਼ ਲੱਗਣੀ, ਇਹ ਹੈ ਕੀਰਤਨ ਦੀ ਨਿਆਈ। ਕਿ ਜਿਹੜਾ ਬੜੇ ਚਾਅ ਦੇ ਨਾਲ, ਉਤਸ਼ਾਹ ਦੇ ਨਾਲ, ਬੜੀ ਭਾਵਨਾ ਦੇ ਨਾਲ ਕੀਰਤਨ ਕੋਈ ਗੁਰਮੁਖ ਪਿਆਰਾ ਕਰਦਾ, ਗੁਰੂ ਕਾ ਸਿੱਖ, ਅਤੇ ਸੁਣਨ ਵਾਲਾ ਉਹਨੂੰ ਸੁਣਦਾ ਆ। ਜਿਵੇਂ ਤੇਜ਼ ਮੀਂਹ ਪੈਣ ਦੇ ਨਾਲ ਆਪਾਂ ਵੇਖਦੇ ਹਾਂ ਬਰਸਾਤਾਂ ਦੇ ਸਮਿਆਂ ਵਿੱਚ ਜਿਹੜੇ ਨਾਲੀਆਂ ਟੋਭੇ ਹਨ ਉਹ ਐਨ ਸਾਫ਼ ਹੋਏ ਹੁੰਦੇ ਆ, ਕਿਉਂਕਿ ਤੇਜ਼ ਮੀਂਹ ਪੈਣ ਦੇ ਨਾਲ ਪਾਣੀ ਤੇਜ਼ ਚੱਲਦਾ ਅਤੇ ਉਹ ਗੰਦਮੰਦ ਹੜ ਕੇ ਸਾਰਾ ਆਪੋ ਆਪਣੀ ਜਗ੍ਹਾ ਲੱਗ ਜਾਂਦਾ ਅਤੇ ਥਾਵਾਂ ਜਿਹੜੀਆਂ ਸਾਰੀਆਂ ਸਾਫ਼ ਹੋ ਜਾਂਦੀਆਂ, ਅਤੇ ਜਿਹੜੀ ਬਨਾਸਪਤੀ ਹੈ ਇਹ ਵੀ ਹਰੀ ਭਰੀ ਹੋ ਜਾਂਦੀ ਹੈ ਮੀਂਹ ਲੱਗਣ ਦੇ ਨਾਲ। ਤੋ ਇਵੇਂ ਜਿਹੜਾ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਹੈ ਨਾ, ਜਦੋਂ ਇਹਦਾ ਪ੍ਰਵਾਹ ਚੱਲਦਾ ਹੈ ਲਗਾਤਾਰ, ਉਦੋਂ ਜਗਿਆਸੂ ਦੇ ਹਿਰਦੇ ਵਿੱਚ ਜਿਹੜੇ ਤ੍ਰਿਸ਼ਨਾ ਆ, ਪਾਪ ਆ, ਵਿਕਾਰ ਆ, ਇਹਨਾਂ ਰੂਪੀ ਜਿਹੜਾ ਗੰਧ ਹੈ ਨਾ ਸਾਧ ਸੰਗਤ ਜੀ, ਇਹ ਲੱਗ ਕੇ ਐਨ ਹਿਰਦਾ ਸਾਫ਼ ਨਿਰਮਲ ਉਜਲ ਹੋ ਜਾਂਦਾ। ਇਹ ਸਾਧ ਸੰਗਤ ਜੀ ਕੀਰਤਨ ਦੀ ਵਿਆਖਿਆ ਹੈ। ਅਤੇ ਇਵੇਂ ਫਿਰ ਤੇਜ਼ ਮੀਂਹ ਲੱਗਣ ਦੇ ਨਾਲ ਤਾਂ ਸਾਧ ਸੰਗਤ ਜੀ ਖੇਤ ਐਨ ਭਰ ਜਾਂਦੇ ਆ ਪਾਣੀ ਦੇ ਨਾਲ, ਨੱਕੋ ਨੱਕ ਪਾਣੀ ਬਾਹਰ ਵੀ ਚਲਿਆ ਜਾਂਦਾ ਖੇਤਾਂ ਤੋਂ ਜਦੋਂ ਤੇਜ਼ ਮੀਂਹ ਲੱਗਦਾ ਆ। ਪਰ ਥੋੜ੍ਹੇ ਸਮੇਂ ਬਾਅਦ ਉਹ ਪਾਣੀ ਸਾਰਾ ਇੱਧਰ ਉੱਧਰ ਚਲਿਆ ਜਾਂਦਾ ਜਾਂ ਧਰਤੀ ਪੀ ਲੈਂਦੀ ਹੈ ਪਾਣੀ ਨੂੰ, ਅਤੇ ਖੇਤ ਫਿਰ ਸੁੱਕੇ ਦੇ ਸੁੱਕੇ ਰਹਿ ਜਾਂਦੇ ਹੈ। ਅਤੇ ਇੱਕ ਆਪਾਂ ਸ਼ਬਦ ਵਰਤਦੇ ਆ ਪੰਜਾਬੀ ਦੇ ਵਿੱਚ, ਇੱਕ ਤਾਂ ਆਪਾਂ ਕਹਿੰਦੇ ਹਾਂ ਵੀ ਬੜੀ ਤੇਜ਼ ਮੀਂਹ ਲੱਗਿਆ, ਇੱਕ ਆਪਾਂ ਕਹਿੰਦੇ ਹਾਂ ਕਿ ਝੜੀ ਲੱਗੀ ਹੈ, ਝੜੀ ਕਈ ਦਿਨ ਹੋ ਗਏ ਮੀਂਹ ਪੈਂਦੇ ਨੂੰ ਹਟਦਾ ਹੀ ਨਹੀਂ, ਝੜੀ ਲੱਗੀ ਹੋਈ ਮੀਂਹ ਦੀ, ਰਚ ਰਚ ਕੇ ਮੀਂਹ ਪੈ ਰਿਹਾ ਹੈ। ਉਹ ਜਿਹੜਾ ਰਚ ਰਚ ਕੇ ਮੀਂਹ ਪੈਂਦਾ ਹੈ ਨਾ ਸਾਧ ਸੰਗਤ ਜੀ, ਹੌਲੀ ਹੌਲੀ ਝੜੀ ਲੱਗਦੀ ਹੈ ਜਿਹੜੀ ਕਿੰਨੇ ਕਿੰਨੇ ਦਿਨ ਨਹੀਂ ਹਟਦੀ, ਉਹ ਜਿਹੜਾ ਮੀਂਹ ਸਿਮ ਸਿਮ ਕਰਕੇ ਧਰਤੀ ਦੇ ਵਿੱਚ ਐਵੇਂ ਐਨ ਰਚ ਜਾਂਦਾ ਆ, ਅਤੇ ਉਹ ਧਰਤੀ ਖੇਤ ਚੰਗੀ ਤਰ੍ਹਾਂ ਸਿੰਜੇ ਜਾਂਦੇ ਆ। ਜਿਹੜੀ ਸਤਿਗੁਰੂ ਜੀ ਦੀ ਕਥਾ ਆ, ਸਭ ਤੇ ਉਤਮ ਹਰਿ ਕੀ ਕਥਾ,
ਨਾਮ ਸੁਨਤ ਦਰਦ ਦੁਖ ਲੱਥਾ ਏ। ਮਹਾਰਾਜ ਜੀ ਦੀ ਕਥਾ ਉਸ ਮੀਂਹ ਦੇ ਨਿਆਈ ਹੈ, ਝੜੀ ਦੀ ਨਿਆਈ ਹੈ। ਕੀਰਤਨ ਦੇ ਜਿਹੜੇ ਪ੍ਰੇਮੀ ਆ ਉਹਨਾਂ ਦੇ ਹਿਰਦੇ ਵਿੱਚ ਵਿਰਾਗ ਪੈਦਾ ਹੁੰਦਾ ਆ। ਜਿੰਨਾ ਚਿਰ ਕੀਰਤਨ ਚੱਲਦਾ, 1 ਘੰਟਾ 2 ਘੰਟੇ, ਬੜਾ ਆਨੰਦ ਆਉਂਦਾ ਕੀਰਤਨ ਸਰਵਣ ਕਰਨ ਦੇ ਵਿੱਚ, ਬੜਾ ਚਾਅ ਚੜ੍ਹਦਾ, ਉਤਸ਼ਾਹ ਚੜ੍ਹਦਾ। ਪਰ ਜਦੋਂ ਕੀਰਤਨ ਬੰਦ ਹੋਇਆ, ਜਦੋਂ ਦੀਵਾਨ ਦੇ ਵਿੱਚੋਂ ਉੱਠ ਕੇ ਚਲੇ ਗਏ, ਉਦੋਂ ਸਾਰਾ ਵਿਰਾਗ ਵਰੂਗ ਭੁੱਲ ਜਾਂਦਾ ਹੈ। ਉਦੋਂ ਜਿਹੜੀ ਸ਼ਰਧਾ ਪੈਦਾ ਹੋਈ ਹੁੰਦੀ ਉਹ ਸਾਰੀ ਨਾਸ਼ ਹੋ ਜਾਂਦੀ ਹੈ। ਇਹ ਸਾਧ ਸੰਗਤ ਜੀ ਕਿਹੜੀ ਗੱਲ ਦੇ ਨਾਲ ਟਿਕਦੀ ਹੈ? ਸ਼ਰਧਾ ਕਿੱਦਾਂ ਫਿਰ ਸਥਿਤ ਰਹਿੰਦੀ ਹੈ? ਵਿਰਾਗ ਕਿੱਦਾਂ ਟਿਕਿਆ ਰਹਿੰਦਾ? ਜਦੋਂ ਕੀਰਤਨ ਤੋਂ ਬਾਅਦ ਮਹਾਰਾਜ ਜੀ ਆਪਣੇ ਪਾਵਨ ਮੁਖ ਤੋਂ ਕਥਾ ਦੁਆਰਾ ਉਪਦੇਸ਼ ਦਿੰਦੇ ਹੈ ਨਾ, ਫਿਰ ਉਹ ਜਗਿਆਸੂ ਉਸ ਵਿਰਾਗ ਨੂੰ ਟਿਕਾਉਣ ਦਾ ਜਿਹੜਾ ਤਰੀਕਾ ਮਹਾਰਾਜ ਜੀ ਦੇ ਕੋਲੋਂ ਸਿੱਖ ਲੈਂਦਾ। ਮਹਾਰਾਜ ਜੀ ਦੀ ਬਾਣੀ ਸਿਖਾ ਦਿੰਦੀ ਹੈ। ਜਿਹੜੀ ਕਥਾ ਹੁੰਦੀ ਹੈ ਨਾ, ਕਥਾ ਸਾਧ ਸੰਗਤ ਜੀ, ਇਹਦਾ ਅਰਥ ਹੈ ਕਥਨ ਕਰਨਾ, ਕਿਸੇ ਚੀਜ਼ ਦਾ ਕਥਨ ਵਿਖਿਆਨ ਕਰਕੇ ਦੱਸਣਾ। ਇਹ ਜਿਹੜਾ ਵਿਖਿਆਨ ਜਿਹੜਾ ਸੁਣਾਉਣ ਵਾਲਾ ਨਾ ਗਿਆਨੀ ਸਿੰਘ, ਇਹ ਆਪ ਨਹੀਂ ਕਰ ਰਿਹਾ ਹੁੰਦਾ, ਇਹ ਮਹਾਰਾਜ ਜੀ ਆਪ ਸਰਵਣ ਕਰਵਾ ਰਹਿੰਦੇ ਆਪਣੇ ਮੁਖ ਤੋਂ। ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਜਿਹੜਾ ਉਪਦੇਸ਼ ਆ ਮਹਾਰਾਜ ਜੀ ਆਪ ਦੇ ਰਹੇ ਹੁੰਦੇ ਆ। ਸੁਣਾਉਣ ਵਾਲਾ ਤਾਂ ਇੱਕ ਜਰੀਆ ਆ। ਸੁਣਾਉਣ ਵਾਲਾ ਤਾਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ, ਸਿੱਖ ਕੇ ਸੁਣਾ ਰਿਹਾ ਹੈ, ਪਰ ਸੁਣਾ ਤਾਂ ਮਹਾਰਾਜ ਜੀ ਰਹੇ ਆਪਣੇ ਮੁਖ ਤੋਂ। ਕੀਰਤਨ ਵੀ ਇਵੇਂ ਹੀ ਹੈ, ਜਿਹੜਾ ਗਾਉਣ ਵਾਲਾ ਉਹ ਤਾਂ ਗਾ ਰਿਹਾ ਵਾਜੇ ਦੇ ਨਾਲ, ਆਪਣੀ ਕਲਾ ਦੇ ਨਾਲ, ਕਲਾ ਨੂੰ ਪ੍ਰਗਟ ਕਰਕੇ ਤੁਹਾਨੂੰ ਸੁਣਾ ਰਿਹਾ, ਪਰ ਉਹਦੇ ਵਿੱਚ ਉਪਦੇਸ਼ ਮਹਾਰਾਜ ਦਾ। ਕੀਰਤਨ ਦੇ ਵਿੱਚ ਜਿਹੜਾ ਉਪਦੇਸ਼ ਥੋੜ੍ਹਾ ਘੱਟ ਸਮਝ ਆਉਂਦਾ, ਕਿਉਂਕਿ ਅਰਥਾਂ ਦਾ ਗਿਆਨ ਨਹੀਂ ਹੁੰਦਾ ਮਨੁੱਖ ਨੂੰ। ਬੜੇ ਘੱਟ ਲੋਕਾਂ ਨੂੰ ਅਰਥਾਂ ਦਾ ਗਿਆਨ ਹੁੰਦਾ ਹੈ। ਸਾਡੇ 'ਚ ਬੜੀ ਕਮੀ ਹੈ। ਅਸੀਂ ਗੁਰਬਾਣੀ ਦਾ, ਹੋਰ ਗੱਲਾਂ ਦਾ ਗਿਆਨ ਤਾਂ ਬੜਾ ਰੱਖਦੇ ਹਾਂ ਕਿ ਆਹ ਫਲਾਨਾ ਕਿਵੇਂ ਹੈ, ਆਹ ਰਾਜਨੀਤਿਕ ਕਿਵੇਂ ਹੈ, ਆਹ ਮੰਤਰੀ ਕਿੱਦਾਂ ਆ, ਕਿੱਥੋਂ ਦਾ ਆ, ਪਰ ਸਾਨੂੰ ਜਿਹੜੀ ਆਪਣੀ ਬਾਣੀ ਹੈ ਇਹਦੇ ਅਰਥਾਂ ਦਾ ਗਿਆਨ ਨਹੀਂ। ਹੋਰ ਭਾਸ਼ਾਵਾਂ ਬੜੀਆਂ ਪੜ੍ਹ ਲੈਂਦੇ ਹਾਂ, ਅੰਗਰੇਜ਼ੀ ਬੜੀ ਜਾਣਦੇ ਹਾਂ, ਉਹਦੇ ਮੀਨਿੰਗ ਬੜੇ ਜਾਣਦੇ ਹਾਂ, ਪਰ ਜਿਹੜੇ ਗੁਰਬਾਣੀ ਦੇ ਅਰਥ ਉਹ ਬੜੇ ਘੱਟ ਜਾਣਨ ਦੀ ਕੋਸ਼ਿਸ਼ ਕਰਦੇ ਆ ਆਪਣੇ ਸਿੱਖ। ਜਦੋਂ ਬਾਣੀ ਦੇ ਅਰਥ ਨਹੀਂ ਪਤਾ ਲੱਗਦੇ, ਉਦੋਂ ਫਿਰ ਜਿਹੜੀ ਕੀਰਤਨ ਦੀਆਂ ਸਿੱਧੀਆਂ ਪੰਕਤੀਆਂ ਉਹ ਘੱਟ ਸਮਝ ਆਉਂਦੀਆਂ। ਜਦੋਂ ਕਥਾ ਸਰਵਣ ਕਰੀਦੀ ਹੈ, ਫਿਰ ਇਹਦੇ ਵਿੱਚ ਅਰਥ ਸਾਧ ਸੰਗਤ ਜੀ ਸਰਵਣ ਕਰਵਾਏ ਜਾਂਦੇ, ਅਤੇ ਉਹ ਅਰਥ ਜਦੋਂ ਸਰਵਣ ਕਰੀਦੀ ਹੈ ਫਿਰ ਪਤਾ ਲੱਗਦਾ ਵੀ ਹਾਂਜੀ ਮਹਾਰਾਜ ਕੀ ਉਪਦੇਸ਼ ਦਿੰਦੇ ਆ। ਜਿਵੇਂ ਹੁਣ ਅੱਜ ਮਹਾਰਾਜ ਜੀ ਪੋਹ ਦੇ ਮਹੀਨੇ ਦਾ ਉਪਦੇਸ਼ ਦੇ ਰਹੇ ਆ। ਮਹਾਰਾਜ ਨੇ ਸ਼ਬਦ ਵਰਤਿਆ, ਪੂਖ ਤੁਖਾਰ ਨਾ ਵਿਆਪਈ। ਹੁਣ ਜੇ ਪੋਖ ਦਾ ਅਰਥ ਨਹੀਂ ਪਤਾ, ਤੁਖਾਰ ਦਾ ਅਰਥ ਨਹੀਂ ਪਤਾ, ਫਿਰ ਉਪਦੇਸ਼ ਕਿਵੇਂ ਸਮਝ ਆਉਣਾ? ਉਪਦੇਸ਼ ਨਹੀਂ ਨਾ ਸਮਝ ਆਉਣਾ। ਜਦੋਂ ਉਪਦੇਸ਼ ਨਹੀਂ ਸਮਝ ਆਇਆ, ਫਿਰ ਜੀਵਨ ਸਫਲਾ ਨਹੀਂ ਹੋਣਾ। ਸੁਣੇ ਦਾ ਲਾਭ ਤਾਂ ਹੈ, ਪਰ ਜਦੋਂ ਤੱਕ ਉਪਦੇਸ਼ ਸਰਵਣ ਨਹੀਂ ਕੀਤਾ, ਚੰਗੀ ਤਰ੍ਹਾਂ ਸਮਝ ਨਹੀਂ ਆਇਆ, ਫਿਰ ਉਹਨੂੰ ਮੰਨਾਂਗੇ ਕਿਵੇਂ? ਇਸ ਕਰਕੇ ਬਾਣੀ ਦਾ ਜਿਹੜਾ ਗਿਆਨ ਹੋਣਾ, ਬੋਧ ਹੋਣਾ ਬੜੀ ਉੱਤਮ ਗੱਲ ਹੈ, ਬੜੀ ਜ਼ਰੂਰੀ ਇਹ ਗੱਲ ਹੈ। ਤੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਕਥਾ ਦੁਆਰਾ ਹੁਣ ਉਪਦੇਸ਼ ਸਰਵਣ ਕਰਵਾ ਰਹੇ ਹੈ। ਕਥਾ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਚੱਲ ਰਹੀ ਹੈ। ਕੀਰਤਨ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਰਸਨਾ ਦੁਆਰਾ ਕਰਦੇ ਰਹੇ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ, ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਨ, ਭਾਈ ਮਰਦਾਨਿਆ ਰਬਾਬ ਵਜਾ ਅਤੇ ਕਰਤਾਰ ਤੋਂ ਬਾਣੀ ਆਈ ਹੈ। ਮਹਾਰਾਜ ਜੀ ਆਪ ਉੱਚੀ ਉੱਚੀ ਬਾਣੀ ਗਾਉਂਦੇ ਅਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ, ਅਤੇ ਕਦੇ ਕਦੇ ਜਿਹੜੀ ਉਚਾਰੀ ਹੋਈ ਬਾਣੀ ਉਹ ਭਾਈ ਮਰਦਾਨਾ ਜੀ ਮਹਾਰਾਜ ਜੀ ਨੂੰ ਗਾ ਕੇ ਸੁਣਾਉਂਦੇ। ਜਦੋਂ ਇਵੇਂ ਕੀਰਤਨ ਹੋ ਜਾਂਦਾ, ਫਿਰ ਮਹਾਰਾਜ ਜੀ ਆਪਣੇ ਪਾਵਨ ਮੁਖ ਤੋਂ ਜਦੋਂ ਉਪਦੇਸ਼ ਦਿੰਦੇ ਉਹਨੂੰ ਕਹਿੰਦੇ ਸਨ ਕਥਾ। ਫਿਰ ਹੋਰ ਵਿਦਵਾਨ ਪੰਡਿਤ ਜਿਹੜੇ ਅਗਲਿਆਂ ਗੁਰੂਆਂ ਦੇ ਸਮੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਪੰਡਿਤ ਆ ਕੇ ਜਿਹੜੇ ਕਥਾ ਸੁਣਾਉਂਦੇ ਰਹੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਸਾਧ ਸੰਗਤ ਜੀ ਆਪ ਮਹਾਰਾਜ ਜੀ ਨੇ ਆਪਣੇ ਕੰਠੋਂ ਬਾਣੀ ਉਚਾਰਨ ਕੀਤੀ, ਅਤੇ ਸੰਧਿਆ ਦੇ ਵੇਲੇ ਸਾਰੇ ਜਿੰਨੇ 48 ਸਿੰਘ ਮਹਾਰਾਜ ਜੀ ਦੇ ਨਾਲ ਸਨ, ਉਹਨਾਂ ਨੂੰ ਮਹਾਰਾਜ ਜੀ ਜਿੰਨੀ ਬਾਣੀ ਸਵੇਰ ਨੂੰ ਉਚਾਰਨ ਕੀਤੀ ਹੁੰਦੀ ਉਹਦੇ ਸ਼ਾਮਾਂ ਨੂੰ ਅਰਥ ਸੁਣਾਉਂਦੇ। ਆਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਣੀ ਦੇ ਅਰਥ ਸਰਵਣ ਕਰਵਾਉਂਦੇ। ਇਹਦਾ ਮਤਲਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਕਥਾ ਸਰਵਣ ਕਰਵਾਉਂਦੇ ਰਹੇ ਸਿੰਘਾਂ ਨੂੰ ਗੁਰਬਾਣੀ ਦੀ।
ਤੋ ਕਥਾ ਵੀ ਮਹਾਰਾਜ ਜੀ ਦੀ ਉੱਤਮ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੀ ਬਾਣੀ ਦੇ ਅਰਥ 48 ਸਿੰਘਾਂ ਨੂੰ ਸਰਵਣ ਕਰਵਾਏ। ਅਸੀਂ ਅੱਜ ਇਸ ਕਿਰਪਾ ਤੋਂ ਸਾਧ ਸੰਗਤ ਜੀ ਵਾਂਝੇ ਹਾਂ। ਕੋਈ ਵਿਰਲਾ ਕੋ ਸਿੱਖ ਹੋਵੇਗਾ ਗੁਰੂ ਕਾ, ਜਿਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਦੇ ਜਿਹੜੇ ਅਰਥ ਸਰਵਣ ਕੀਤੇ ਹੋਣ, ਸਾਰੀ ਬਾਣੀ ਦੀ ਕਥਾ ਸਰਵਣ ਕੀਤੀ ਹੋਵੇ। ਕੋਈ ਵਿਰਲਾ ਆ, ਮੇਰੇ ਹਿਸਾਬ ਨਾਲ ਤਾਂ ਨਹੀਂ। ਬੜੀਆਂ ਪੜ੍ਹਾਈਆਂ ਅਸੀਂ ਪੜ੍ਹਦੇ ਹਾਂ, 5-5 6-6 ਸਾਲ, ਕਈ ਸਾਰੀ ਉਮਰ ਲਾ ਦਿੰਦੇ ਪੜ੍ਹਾਈਆਂ ਪੜ੍ਹਨ ਨੂੰ। ਪਰ ਜਿਹੜੀ ਆਪਣੀ ਮਹਾਰਾਜ ਜੀ ਨੇ ਆਪਣਾ ਗਿਆਨ ਉਚਾਰਨ ਕੀਤਾ, ਬਾਣੀ ਉਚਾਰਨ ਕੀਤੇ, ਇਹਦੇ ਨਹੀਂ ਅਸੀਂ, ਜੇ ਇਹਦੀ ਸੰਥਿਆ ਵੀ ਕਰਨੀ ਹੋਵੇ ਤਾਂ ਕਹਿੰਦੇ ਬੱਲੇ ਬੱਲੇ 1 ਸਾਲ ਲੱਗ ਜਾਣਾ ਸੰਥਿਆ ਕਰਨ ਨੂੰ। ਇੰਨਾ ਸਮਾਂ ਸਾਡੇ ਕੋਲ ਕਿੱਥੇ ਬਾਬਾ ਜੀ, ਸਾਲ ਨਹੀਂ, 1 ਸਾਲ ਸਾਡੇ ਕੋਲ ਸਮਾਂ ਕਿੱਥੇ। ਜੇ ਕਿਤੇ ਹਫ਼ਤੇ 10 ਦਿਨਾਂ 'ਚ ਹੁੰਦੀ, ਮਹੀਨੇ 'ਚ ਹੁੰਦੀ ਤਾਂ ਕਰਾ ਦਿਓ। ਅਸੀਂ ਤਾਂ ਸਾਧ ਸੰਗਤ ਜੀ ਸੰਥਿਆ ਕਰਨ ਤੋਂ ਕਚਕਦੇ ਹਾਂ, ਅਤੇ ਕਥਾ ਸਰਵਣ ਕਿੱਥੇ ਕੀਤੀ ਜਾਣੀ। ਇਹ ਤਾਂ ਬਾਣੀ ਸਮੁੰਦਰ ਹੈ। ਜਿਹੜਾ ਇਹਦੀ ਸਾਰੀ ਕਥਾ ਸਰਵਣ ਕਰ ਲੈਂਦਾ ਨਾ, ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਸਾਧ ਸੰਗਤ ਜੀ 27 ਸੰਪੂਰਨ ਕਥਾ ਕੀਤੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ, 27 ਸੰਪੂਰਨ ਕਥਾ। ਅਤੇ ਇੱਧਰ ਬਾਬਾ ਅਮੀਰ ਸਿੰਘ ਜੀ ਹੋਏ ਹੈ, ਉਹਨਾਂ ਨੇ ਸਾਧ ਸੰਗਤ ਜੀ 60 ਕਥਾ ਆਪਣੀ ਜ਼ਿੰਦਗੀ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਕੀਤੀਆਂ। 60 ਕਥਾ 1 ਸਾਲ 'ਚ ਕਥਾ ਦਾ ਭੋਗ ਪਾ ਦਿਆ ਕਰਦੇ। ਤੋ ਇਹ ਮਹਾਰਾਜ ਜੀ ਦੀ ਬਾਣੀ ਸੁਣਨ ਦਾ ਲਾਭ ਹੈ। ਜਿਹੜੀ ਕਥਾ ਮਹਾਰਾਜ ਜੀ ਦੀ ਨਿਰੋਲ ਬਾਣੀ ਦੇ ਅਰਥ ਸੁਣਨੇ, ਨਿਰੋਲ। ਅੱਜ ਕੱਲ੍ਹ ਤਾਂ ਕਥਾ ਹੋਰ ਬੜੀਆਂ ਕਥਾਵਾਂ ਚੱਲ ਪਈਆਂ, ਕਥਾ ਕਰਨ ਵਾਲੇ ਨੂੰ ਬੁਲਾ ਲਈਏ ਤੋ ਇੱਧਰ ਉੱਧਰ ਦੀਆਂ ਸੁਣਾ, ਕਿਤੇ ਗਾਂਹ ਜਾਂਦਾ 4 ਸਾਖੀਆਂ ਸੁਣਾ ਦਿੰਦਾ, 4 ਗੱਲਾਂ ਸੁਣਾ ਦਿੰਦਾ, ਅਤੇ ਅਸੀਂ ਕਹਿ ਦਿੰਦੇ ਹਾਂ ਜੀ ਕਥਾ ਬੜੀ ਵਧੀਆ ਕਰਦਾ। ਅਤੇ ਉਹ ਬਾਣੀ ਜਿਹੜੀ ਮਹਾਰਾਜ ਜੀ ਦੀ ਅਸਲੀ ਹੈ, ਜਿਹਦਾ ਉਪਦੇਸ਼ ਸੰਗਤਾਂ ਦੇ ਵਿੱਚ ਫੈਲਾਉਣਾ ਸੀ, ਵੀ ਗੁਰੂ ਮਹਾਰਾਜ ਕੀ ਕਹਿੰਦੇ ਹੈ, ਬਾਣੀ ਦੇ ਵਿੱਚ ਕੀ ਸਰਵਣ ਕਰਵਾਉਂਦੇ ਆ, ਉਹ ਨਹੀਂ ਸੁਣਾਉਂਦੇ। ਗੱਲਾਂ ਸੁਣਾ ਦਿੰਦੇ ਆਪਣੀ ਵਡਿਆਈ ਵਾਸਤੇ, ਵੀ ਸਾਨੂੰ ਕਹਿਣਗੇ ਬੜੀ ਸੋਹਣੀ ਕਥਾ ਕਰਦਾ ਆ। ਪਰ ਸਾਧ ਸੰਗਤ ਜੀ ਇਹ ਦਮਦਮੀ ਟਕਸਾਲ ਦਾ ਨਿਯਮ ਹੈ। ਦਾਸ ਨੇ ਜਿੱਦਾਂ ਉੱਥੋਂ ਵਿੱਦਿਆ ਪੜ੍ਹੀ ਹੈ, ਅਤੇ ਸਾਡੇ ਉਸਤਾਦ ਜਨਾਂ ਨੇ, ਗੁਰੂਆਂ ਨੇ ਸਾਨੂੰ ਇਹ ਸਿਖਾਇਆ ਵੀ ਸੰਗਤ ਦੇ ਵਿੱਚ ਜਦੋਂ ਵੀ ਬੋਲਣਾ, ਉਦੋਂ ਬਾਣੀ ਦੇ ਆਧਾਰ 'ਤੇ ਮਹਾਰਾਜ ਦੀ ਗੱਲ ਸੁਣਾਉਣੀ ਆ, ਆਪਣੀਆਂ ਗੱਲਾਂ ਨਹੀਂ ਵਿੱਚ ਸੁਣਾਉਣੀਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਰਥ ਜਿਹੜੇ ਸੰਗਤ ਵਿੱਚ ਫੈਲਾਉਣੇ ਹੈ, ਸਤਿਗੁਰੂ ਜੀ ਦੀ ਬਾਣੀ ਸੰਗਤ ਨੂੰ ਸੁਣਾਉਣੀ ਹੈ, ਬਾਣੀ ਦੇ ਅਰਥ ਸਰਵਣ ਕਰਾਉਣੇ ਹੈ। ਤੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਧ ਸੰਗਤ ਜੀ ਪੋਹ ਦੇ ਮਹੀਨੇ ਦੁਆਰਾ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਿਛਲੇ ਮਹੀਨੇ ਮਹਾਰਾਜ ਜੀ ਨੇ ਮੱਘਰ ਦਾ ਉਪਦੇਸ਼ ਬਖਸ਼ਿਸ਼ ਕੀਤਾ ਸੀ। ਤੋ ਅੱਜ ਨਵਾਂ ਮਹੀਨਾ ਚੜ੍ਹਿਆ ਹੈ, ਪੋਹ ਦੇ ਮਹੀਨੇ ਦੁਆਰਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਵੇਂ ਬਖਸ਼ਿਸ਼ ਕਰ ਰਹੇ ਹਨ, ਬੜੇ ਹੀ ਪ੍ਰੇਮ ਦੇ ਨਾਲ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ, ਜਿੱਥੇ ਮਨ ਤਨ ਕਰਕੇ ਹਾਜ਼ਰ ਹੋਏ, ਉੱਥੇ ਮਨ ਕਰਕੇ ਵੀ ਹਾਜ਼ਰ ਹੋਈਏ, ਅਤੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਾਜ਼ਰੀ ਲਗਵਾਈਏ, ਰਸਨਾ ਨੂੰ ਕਰੀਏ ਪਵਿੱਤਰ। ਉਪਰੰਤ ਮਹਾਰਾਜ ਜੀ ਦਾ ਉਪਦੇਸ਼ ਸਰਵਣ ਕਰੀਏ। ਸਾਰੇ ਰਲ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰਿ ਨਾਹੁ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪੋਹ ਦੇ ਮਹੀਨੇ ਦੁਆਰਾ ਉਪਦੇਸ਼ ਦੇ ਰਿਹਾ। ਪੋਖ ਦਾ ਅਰਥ ਹੈ ਪੋਹ, ਅਤੇ ਤੁਖਾਰ ਦਾ ਅਰਥ ਹੈ ਠੰਡ। ਤੁਖਾਰ ਦਾ ਅਰਥ ਹੈ ਬਰਫ਼। ਮਹਾਰਾਜ ਜੀ ਕਹਿੰਦੇ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰਿ ਨਾਹੁ। ਨਾਹੁ ਨਾਮ ਹੈ ਪਤੀ ਦਾ, ਪਰਮੇਸ਼ਰ ਦਾ। ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਇਸਤਰੀਆਂ ਨੂੰ, ਜਗਿਆਸੂ ਰੂਪ ਇਸਤਰੀਆਂ ਨੂੰ ਆਪਣਾ ਪਤੀ ਕੰਠ ਦੇ ਨਾਲ, ਗਲੇ ਦੇ ਨਾਲ ਮਿਲ ਗਿਆ ਨਾ, ਉਹਨਾਂ ਨੂੰ ਪੋਹ ਦੇ ਮਹੀਨੇ ਦੀ ਜਿਹੜੀ ਠੰਡ ਹੈ ਉਹ ਵਿਆਪਦੀ ਨਹੀਂ, ਲੱਗਦੀ ਨਹੀਂ। ਜਿਹੜੀ ਪੋਹ ਦਾ ਮਹੀਨਾ ਸਾਧ ਸੰਗਤ ਜੀ ਅੱਜ ਚੜ੍ਹਿਆ, ਇਹਦੇ ਵਿੱਚ ਠੰਡ ਬੜੀ ਪਵੇਗੀ, ਧੁੰਦ ਬਰਫ਼ ਬੜੀ ਪਵੇਗੀ, ਠੰਡ ਬੜੀ ਲੱਗੇਗੀ। ਪਰ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਨੂੰ ਠੰਡ ਨਹੀਂ ਲੱਗਣੀ, ਉਹਨਾਂ ਨੂੰ ਪੋਹ ਦਾ ਮਹੀਨਾ ਨਹੀਂ ਵਿਆਪਣਾ। ਜਿਨ੍ਹਾਂ ਇਸਤਰੀਆਂ ਨੂੰ ਆਪਣੇ ਪਤੀ ਦੀ ਪ੍ਰਾਪਤੀ ਹੋ ਗਈ ਹੈ, ਇਸਤਰੀਆਂ ਕਿਹੜੀਆਂ? ਜਿਹੜੀਆਂ ਜਗਿਆਸੂ ਮਹਾਤਮਾ ਰੂਪ ਇਸਤਰੀਆਂ ਹਨ,
ਜਿਨ੍ਹਾਂ ਨੂੰ ਆਪਣੇ ਪਤੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦੀ ਪ੍ਰਾਪਤੀ ਹੋ ਗਈ ਹੈ ਨਾ, ਉਹਨਾਂ ਨੂੰ ਗਰੀਬ ਨਵਾਜ ਕਹਿੰਦੇ ਪੋਹ ਦੇ ਮਹੀਨੇ ਦੀ ਜਿਹੜੀ ਠੰਡ ਹੈ ਵਿਆਪਣੀ ਨਹੀਂ, ਲੱਗਣੀ ਨਹੀਂ। ਫਿਰ ਪੋਹ ਦਾ ਮਹੀਨਾ ਕੀ ਹੈ? ਜਿਹੜਾ ਬੁਢੇਪਾ ਸਾਧ ਸੰਗਤ ਜੀ ਆਉਣਾ ਹੈ। ਬੁਢੇਪਾ ਜਦੋਂ ਮਨੁੱਖ ਨੂੰ ਆ ਜਾਂਦਾ, ਉਦੋਂ ਨਾ ਤਾਂ ਚੰਗੀ ਤਰ੍ਹਾਂ ਬੁਰਕੀ ਮੂੰਹ ਦੇ ਵਿੱਚ ਪੈਂਦੀ ਹੈ ਅਤੇ ਨਾ ਤਾਂ ਪਾਣੀ ਦਾ ਗਲਾਸ ਚੰਗੀ ਤਰ੍ਹਾਂ ਫੜਿਆ ਜਾਂਦਾ, ਹੱਥ ਕੰਬਦੇ ਹੈ। ਅਤੇ ਮਹਾਰਾਜ ਜੀ ਕਹਿੰਦੇ ਇਹ ਹਾਲਤ ਜਿਹੜੀ ਦੁਨਿਆਵੀ ਲੋਕਾਂ ਦੀ ਹੁੰਦੀ ਹੈ, ਪਰ ਜਿਹੜੇ ਗੁਰਮੁਖ ਪਿਆਰੇ ਹੈ ਨਾ, ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਸੁਰਤੀ ਦੇ ਵਿੱਚ ਗਿਆਨ ਹੈ ਨਾ ਪ੍ਰਭੂ ਪਰਮੇਸ਼ਰ ਦਾ, ਜਿਹੜੇ ਗੁਰਮੁਖ ਜਨ ਹਨ ਉਹ ਕਦੇ ਬੁੱਢੇ ਨਹੀਂ ਹੁੰਦੇ। ਉਹਨਾਂ ਨੂੰ ਕਦੇ ਬੁਢੇਪੇ ਦਾ ਜਿਹੜਾ ਰੋਗ ਗ੍ਰਸਦਾ ਨਹੀਂ ਹੈ। ਉਹਨਾਂ ਨੂੰ ਕਿਸੇ ਪ੍ਰਕਾਰ ਜਿਹੜੀ ਬਾਹਰਲੀ ਠੰਡ ਤਾਂ ਕੀ ਲੱਗਣੀ ਹੈ, ਉਹਨਾਂ ਨੂੰ ਅੰਦਰੋਂ ਵੀ ਜਿਹੜੀ ਵਿਕਾਰਾਂ ਦੀ ਤਪਸ਼ ਹੈ ਇਹ ਵੀ ਨਹੀਂ ਲੱਗਦੀ। ਉਹਨਾਂ ਦੇ ਹਿਰਦੇ ਅੰਦਰੋਂ ਵੀ ਸੀਤਲ ਰਹਿੰਦੇ ਹੈ। ਜਿਵੇਂ ਸਾਧ ਸੰਗਤ ਜੀ ਗੁਰੂ ਘਰ ਦੇ ਬੜੇ ਮਹਾਨ ਸਿੱਖ ਹੋਏ ਆ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੇਲੇ ਇਹਨਾਂ ਦੀ ਸ਼ਰਨ ਵਿੱਚ ਆਏ ਸਨ। ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਬਾਬਾ ਬੁੱਢਾ ਸਾਹਿਬ। ਸਤਿਗੁਰੂ ਜੀ ਕੱਥੂ ਨੰਗਲ ਪਿੰਡ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ, ਉਹ ਤੋਂ ਲਾਗੇ ਗਰੀਬ ਨਵਾਜ ਭਾਈ ਮਰਦਾਨਾ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਸੱਜੇ ਸਨ। ਅਤੇ ਇਹ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦਾ ਨਾਮ ਪਹਿਲਾਂ ਬੂੜਾ ਸੀ, ਬੂੜਾ, ਅਤੇ ਬਾਲਕ ਉਮਰ ਦੇ ਵਿੱਚ ਉੱਥੇ ਮੱਝਾਂ ਬੱਕਰੀਆਂ ਚਾਰ ਰਹੇ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਦੂਰ ਤੋਂ ਵੇਖਿਆ ਅਤੇ ਭਾਈ ਬਾਲਾ ਜੀ ਨੂੰ ਕਿਹਾ ਕਿ ਉਹ ਜਿਹੜਾ ਸਾਹਮਣੇ ਬਾਲਕ ਬੱਕਰੀਆਂ ਚਾਰਦਾ ਉਹਨੂੰ ਸਾਡੇ ਕੋਲ ਬੁਲਾ ਕੇ ਲਿਆਓ। ਅਤੇ ਬਾਬਾ ਬੁੱਢਾ ਸਾਹਿਬ ਜੀ ਬਾਲਕ ਉਮਰ ਦੇ ਵਿੱਚ ਜਿਨ੍ਹਾਂ ਦਾ ਨਾਮ ਬੂੜਾ ਹੈ, ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਚੱਲ ਕੇ ਆਏ। ਗੁਰੂ ਨਾਨਕ ਦੇਵ ਮਹਾਰਾਜ ਪੁੱਛਣ ਲੱਗੇ, ਬਾਲਕਾ ਤੇਰਾ ਨਾਮ ਕੀ ਹੈ? ਕਹਿੰਦਾ ਮਹਾਰਾਜ ਜੀ ਮੇਰਾ ਨਾਮ ਪਰਿਵਾਰ ਵਾਲਿਆਂ ਨੇ ਬੂੜਾ ਰੱਖਿਆ, ਬੂੜਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਕੀ ਕਰਦਾ? ਕਹਿੰਦਾ ਜੀ ਬੱਕਰੀਆਂ ਚਾਰਦਾ। ਮਹਾਰਾਜ ਜੀ ਕਹਿੰਦੇ ਠੀਕ ਹੈ ਚਲੇ ਜਾਓ। ਉਸ ਵੇਲੇ ਸਾਧ ਸੰਗਤ ਜੀ ਆ ਗਏ ਮੁੜ ਕੇ। ਮਗਰੋਂ ਭਾਈ ਬਾਲਾ ਜੀ ਨੇ ਪੁੱਛਿਆ, ਮਹਾਰਾਜ ਬਾਲਕ ਨੂੰ ਸੱਦਿਆ ਵੀ ਅਤੇ ਨਾਮ ਪੁੱਛਿਆ, ਕੰਮ ਪੁੱਛਿਆ, ਅਤੇ ਸਤਿਗੁਰੂ ਜੀ ਹੋਰ ਕੁਝ ਕਿਹੜੇ ਕੰਮ ਵਾਸਤੇ ਬੁਲਾਇਆ ਸੀ ਇਹ ਉਹਨੂੰ ਪੁੱਛਿਆ ਹੀ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਬਸ ਜਿਹੜੇ ਕੰਮ ਵਾਸਤੇ ਬੁਲਾਇਆ ਸੀ ਉਹ ਆਪਣਾ ਕੰਮ ਅਸੀਂ ਕਰ ਦਿੱਤਾ ਹੈ। ਇਹ ਸਾਧ ਸੰਗਤ ਜੀ ਬਾਲਕ ਬੂੜਾ ਫਿਰ ਜਦੋਂ ਘਰ ਦੇ ਵਿੱਚ ਗਿਆ ਨਾ ਰਾਤ ਨੂੰ, ਤਾਂ ਟਿਕਾ ਨਾ ਆਇਆ। ਬੜਾ ਪ੍ਰੇਮ ਜਾਗਿਆ ਮਹਾਰਾਜ ਦੇ ਪ੍ਰਤੀ, ਸ਼ਰਧਾ ਜਾਗੀ ਸਤਿਗੁਰੂ ਜੀ ਦੇ ਪ੍ਰਤੀ। ਤਾਂ ਅੰਮ੍ਰਿਤ ਵੇਲੇ ਉੱਠੇ ਨੇ ਬਾਬਾ ਬੂੜਾ ਜੀ ਬਾਲਕ ਉਮਰ ਦੇ ਵਿੱਚ, ਆਪਣੇ ਘਰੋਂ ਦੁੱਧ ਲਿਆ ਅਤੇ ਮੱਖਣ ਲਿਆ, ਲੈ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਸੱਜੇ ਸਨ ਉੱਥੇ ਚਲੇ ਗਏ। ਮਹਾਰਾਜ ਨੂੰ ਕਹਿੰਦੇ ਸਤਿਗੁਰੂ ਜੀ ਭੇਟਾ ਪ੍ਰਵਾਨ ਕਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮੱਖਣ ਦੁੱਧ ਤੁਸੀਂ ਘਰੋਂ ਚੋਰੀ ਲੈ ਕੇ ਆਏ, ਇਸ ਕਰਕੇ ਅਸੀਂ ਪ੍ਰਵਾਨ ਨਹੀਂ ਕਰਨਾ। ਕਹਿੰਦਾ ਮਹਾਰਾਜ ਜੀ ਪਹਿਲਾਂ ਤਾਂ ਪ੍ਰੇਮ ਹਿਰਦੇ ਵਿੱਚ ਲਾ ਦਿੱਤਾ ਆ, ਅਤੇ ਹੁਣ ਸਾਨੂੰ ਕਹਿੰਦੇ ਅਸੀਂ ਪ੍ਰਵਾਨ ਨਹੀਂ ਕਰਨੀ ਤੇਰੀ ਭੇਟਾ, ਹੁਣ ਸਾਨੂੰ ਤੁਸੀਂ ਘਰ ਨੂੰ ਭੇਜ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤੇਰੀ ਉਮਰ ਤਾਂ ਜਿਹੜੀ ਬਾਲਕਾਂ ਵਰਗੀ ਹੈ, ਪਰ ਤੂੰ ਬਚਨ ਬੁੱਢਿਆਂ ਵਾਂਗ ਕਰਦਾ ਹੈ। ਜਦੋਂ ਮਹਾਰਾਜ ਨੇ ਇੱਦਾਂ ਬਚਨ ਕਿਹਾ ਨਾ ਕਿ ਬੁੱਢਿਆਂ ਵਾਂਗ ਬਚਨ ਕਰਦਾ, ਉਦੋਂ ਬਾਲਕ ਦਾ ਸਾਧ ਸੰਗਤ ਜਿਹੜਾ ਸਰੀਰ ਹੈ ਬੁੱਢਿਆਂ ਵਰਗਾ ਹੋ ਗਿਆ। ਬਾਬਾ ਬੁੱਢਾ ਸਾਹਿਬ ਜੀ ਦਾ ਸਰੀਰ ਜਿਹੜਾ ਬਾਲਕ ਸੀ ਪਰ ਬੁੱਢਿਆਂ ਵਰਗਾ ਹੋ ਗਿਆ। ਤਾਂ ਉਸ ਵੇਲੇ ਪਿੱਛੋਂ ਮਾਤਾ ਪਿਤਾ ਵੀ ਇਹਨਾਂ ਦੇ ਆ ਗਏ ਲੱਭਦੇ। ਜਦੋਂ ਆ ਕੇ ਪੁੱਛਿਆ ਸਿੱਖਾਂ ਨੂੰ ਕਿ ਸਾਡਾ ਇੱਧਰ ਨੂੰ ਇੱਕ ਬੱਚਾ ਆਇਆ ਸੀ, ਤਾਂ ਸਿੱਖਾਂ ਨੇ ਦੱਸਿਆ ਅੰਦਰ ਮਹਾਰਾਜ ਕੋਲ ਬੈਠਾ ਹੈ। ਜਦੋਂ ਜਾ ਕੇ ਵੇਖਿਆ ਤਾਂ ਸਾਰਾ ਸਰੀਰ ਬੁੱਢਿਆਂ ਵਰਗਾ ਹੋਇਆ, ਮਾਸ ਜਿਹੜਾ ਬੁੱਢਿਆਂ ਵਰਗਾ ਹੋਇਆ ਪਿਆ। ਤਾਂ ਕਹਿਣ ਲੱਗੇ ਮਹਾਰਾਜ ਜੀ ਇਹ ਸਾਡਾ ਬੱਚਾ ਐਸੀ ਹਾਲਤ ਕਿੱਦਾਂ ਹੋ ਗਈ? ਮਹਾਰਾਜ ਕਹਿੰਦੇ ਬਚਨ ਹੀ ਬੁੱਢਿਆਂ ਵਾਂਗ ਕਰਦਾ, ਸਿਆਣਿਆਂ ਵਾਂਗ ਕਰਦਾ, ਅਤੇ ਅਸੀਂ ਇਹਨੂੰ ਬਚਨ ਕਰ ਦਿੱਤਾ ਅਤੇ ਸਰੀਰ ਤਾਂ ਕਰਕੇ ਦਾ ਇੱਦਾਂ ਦਾ ਹੋ ਗਿਆ। ਤੋ ਮਾਤਾ ਪਿਤਾ ਕਹਿੰਦੇ ਹੁਣ ਸਾਡੇ ਕਿਹੜੇ ਕੰਮ, ਤੁਸੀਂ ਉਹ ਇਹਨਾਂ ਨੂੰ ਰੱਖ ਲਓ। ਤਾਂ ਮਾਤਾ ਪਿਤਾ ਤਾਂ ਮੁੜ ਕੇ ਚਲੇ ਗਏ। ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਬਾਲਕਾ ਅੱਜ ਤੋਂ ਤੇਰਾ ਨਾਮ ਬੂੜਾ ਨਹੀਂ, ਅੱਜ ਤੋਂ ਤੇਰਾ ਨਾਮ ਬੁੱਢਾ ਹੈ, ਤੈਨੂੰ ਸਾਰੇ ਬੁੱਢਾ ਕਹਿ ਕੇ ਬੁਲਾਇਆ ਕਰਨਗੇ। ਤੋ ਐਸੀ ਸਾਧ ਸੰਗਤ ਜੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਫਿਰ ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਤੁਸੀਂ ਸਾਡੇ 6ਵੇਂ ਸਰੂਪ ਤੱਕ ਦਰਸ਼ਨ ਕਰੋਗੇ। ਅਤੇ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤੱਕ ਰਹੇ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰ ਛੱਡਿਆ।
ਜਦੋਂ ਆਪਣੇ ਰਮਦਾਸ ਨਗਰ ਚਲੇ ਗਏ ਸਨ ਨਾ, ਉੱਥੇ ਮਹਾਰਾਜ ਨੂੰ ਯਾਦ ਕੀਤਾ ਅਤੇ ਫਿਰ ਛੇਵੇਂ ਪਾਤਸ਼ਾਹ ਜੀ ਨੇ ਜਾ ਕੇ ਆਪ ਇਹਨਾਂ ਦੇ ਕੋਲ ਜਾ ਕੇ ਸਾਧ ਸੰਗਤ ਜੀ ਮਹਾਰਾਜ ਜੀ ਸੱਜੇ ਤਾਂ ਇਹਨਾਂ ਨੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਸਰੀਰ ਤਿਆਗਿਆ। ਸਤਿਗੁਰੂ ਜੀ ਕਹਿੰਦੇ ਐਸੇ ਜਿਹੜੇ ਭਾਈ ਬਜ਼ੁਰਗ ਅਵਸਥਾ ਵਾਲੇ ਗੁਰਮੁਖ ਹਨ ਨਾ, ਗੁਰਮੁਖ ਪੋਖ ਤੁਖਾਰ ਨਾ ਵਿਆਪੇ, ਉਹਨਾਂ ਨੂੰ ਪੋਹ ਦਾ ਮਹੀਨਾ ਨਹੀਂ ਵਿਆਪਦਾ। ਕੰਠ ਮਿਲਿਆ ਹਰ ਨਾਹੂ, ਉਹਨਾਂ ਨੂੰ ਪਤੀ ਪਰਮੇਸ਼ਰ ਉਹਨਾਂ ਦੇ ਕੰਠ ਹਿਰਦੇ ਰੂਪ ਅਭੇਦ ਨਿਸ਼ਚੇ ਰੂਪ ਕੰਠ ਦੇ ਨਾਲ ਮਿਲ ਗਿਆ ਹੁੰਦਾ। ਭਾਵ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਨੇ ਵਾਸਾ ਕਰ ਲਿਆ ਹੁੰਦਾ, ਇਸ ਕਰਕੇ ਉਹਨਾਂ ਨੂੰ ਠੰਡ ਨਹੀਂ ਵਿਆਪਦੀ। ਬਾਬਾ ਬੁੱਢਾ ਸਾਹਿਬ ਜੀ ਦਾ ਨਿਯਮ ਸੀ ਸਾਧ ਸੰਗਤ ਜੀ, ਭਾਵੇਂ ਜਿਹੜੀ ਮਰਜ਼ੀ ਰੁੱਤ ਹੋਵੇ ਉਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਸਮਾਧੀ ਲਾਉਣੀ ਅਤੇ ਸਾਰੀ ਦਿਹਾੜੀ ਗੁਰੂ ਘਰ ਦੀ ਖੇਤੀ ਦਾ ਜਿਹੜਾ ਕੰਮ ਆਪਣੇ ਹੱਥਾਂ ਦੇ ਨਾਲ ਸਾਂਭਣਾ। ਇਵੇਂ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਕੀਰਤਪੁਰ ਸਾਹਿਬ ਗਏ ਸਨ ਨਾ, ਉਦੋਂ ਮਹਾਰਾਜ ਜੀ ਜਿੱਥੇ ਹੁਣ ਚਰਨ ਕਮਲ ਗੁਰਦੁਆਰਾ ਦਰਿਆ ਦੇ ਕੋਲ, ਤਾਂ ਉੱਥੇ ਗਰੀਬ ਨਵਾਜ਼ ਜੀ ਸੱਜੇ ਸਨ। ਤਾਂ ਬਾਬਾ ਬੁੱਢਣ ਸ਼ਾਹ ਜੀ ਜਿਹੜੇ ਉਹ ਮਹਾਰਾਜ ਦੇ ਕੋਲ ਚੱਲ ਕੇ ਆਏ। ਇਹਨਾਂ ਦਾ ਸਾਧ ਸੰਗਤ ਜੀ ਇੰਨਾ ਪ੍ਰਤਾਪ ਸੀ, ਇੰਨੀ ਬੰਦਗੀ ਸੀ ਬਾਬਾ ਬੁੱਢਣ ਸ਼ਾਹ ਦੀ ਕਿ ਸ਼ੇਰ ਸੀ ਜਿਹੜਾ ਉਹ ਇਹਨਾਂ ਦੀਆਂ ਬੱਕਰੀਆਂ ਚਾਰਦਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਮਰਦਾਨੇ ਨੂੰ ਪੁੱਛਿਆ ਕਿ ਆਹ ਸ਼ੇਰ ਕਿਹਦੀਆਂ ਬੱਕਰੀਆਂ ਚਾਰ ਰਿਹਾ? ਤਾਂ ਭਾਈ ਮਰਦਾਨਾ ਜੀ ਨੇ ਦੱਸਿਆ, ਮਹਾਰਾਜ ਜੀ ਇੱਕ ਬੁੱਢਣ ਸ਼ਾਹ ਫਕੀਰ ਹੈ ਇੱਥੇ, ਬੜਾ ਉਹਦਾ ਪ੍ਰਤਾਪ, ਬੜੀ ਬੰਦਗੀ, ਉਹਦੀਆਂ ਬੱਕਰੀਆਂ ਤੇ ਸ਼ੇਰ ਚਾਰਦਾ ਉਹਦੀ ਬੰਦਗੀ ਦੇ ਪ੍ਰਤਾਪ ਕਰਕੇ। ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਆ ਕੇ ਜਦੋਂ ਦਰਸ਼ਨ ਕੀਤੇ ਨਾ ਬਾਬਾ ਬੁੱਢਣ ਸ਼ਾਹ ਜੀ ਨੇ, ਉਦੋਂ ਮਨ ਐਨ ਤ੍ਰਿਪਤ ਹੋ ਗਿਆ ਅਤੇ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਬੱਕਰੀਆਂ ਦਾ ਦੁੱਧ ਚੋ ਕਰਕੇ ਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਲਿਆਏ। ਕਹਿੰਦੇ ਮਹਾਰਾਜ ਜੀ ਕਿਰਪਾ ਕਰੋ, ਇਹ ਪਦਾਰਥ ਛਕੋ, ਸਮੁੰਦਰ ਛਕੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤਾ, ਬਾਬਾ ਬੁੱਢਣ ਸ਼ਾਹ ਜੀ ਹੁਣ ਤਾਂ ਸਾਡੇ ਕੋਲ ਇਹ ਦੁੱਧ ਛਕਣ ਦਾ ਸਮਾਂ ਨਹੀਂ, ਅਸੀਂ ਛੇਵੇਂ ਜਾਮੇ ਦੇ ਵਿੱਚ ਆ ਕੇ ਤੁਹਾਡੇ ਕੋਲੋਂ ਦੁੱਧ ਮੰਗਾਂਗੇ, ਉਦੋਂ ਸਾਨੂੰ ਦੁੱਧ ਛਕਾ ਦਿਓ, ਉਦੋਂ ਤੱਕ ਰੱਖ ਛੱਡੋ। ਸਾਧ ਸੰਗਤ ਜੀ ਕਿੱਡੀ ਵੱਡੀ ਗੱਲ ਹੈ। ਛੇਵੇਂ ਪਾਤਸ਼ਾਹ ਜੀ ਜਦੋਂ ਜੰਗਾਂ ਸਮਾਪਤ ਕਰਕੇ ਨਾ, ਕਰਤਾਰਪੁਰ ਵਾਲੀ ਜੰਗ ਸਮਾਪਤ ਕਰਕੇ ਚੌਥੀ ਜੰਗ, ਫਿਰ ਮਹਾਰਾਜ ਜੀ ਕੀਰਤਪੁਰ ਸਾਹਿਬ ਜਦੋਂ ਜਾ ਕੇ ਪਹੁੰਚੇ ਨਾ, ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਾ ਕੇ ਫਿਰ ਬਾਬਾ ਬੁੱਢਣ ਸ਼ਾਹ ਤੋਂ ਮੰਗਿਆ ਕਿ ਸਾਡਾ ਦੁੱਧ ਦਿਓ, ਜਿਹੜਾ ਅਸੀਂ ਪਹਿਲੇ ਸਰੂਪ ਦੇ ਵਿੱਚ ਤੁਹਾਡੇ ਕੋਲ ਰੱਖ ਕੇ ਗਏ ਸਾਂ, ਸਾਨੂੰ ਛਕਾਓ ਦੁੱਧ। ਤਾਂ ਬਾਬਾ ਬੁੱਢਣ ਸ਼ਾਹ ਜੀ ਨੇ ਸਾਧ ਸੰਗਤ ਜੀ ਉਸ ਸਮੇਂ ਛੇਵੇਂ ਪਾਤਸ਼ਾਹ ਜੀ ਨੂੰ ਜਿਹੜਾ ਦੁੱਧ ਛਕਾਇਆ ਸੀ, ਉਮਰ ਬੜੀ ਹੋ ਚੁੱਕੀ ਸੀ, ਉਦੋਂ 100 ਸਾਲ ਤੋਂ ਉੱਤੇ ਟੱਪ ਚੁੱਕੇ ਸੀ। ਉਹ ਤੋਂ ਪਹਿਲਾਂ ਛੇਵੇਂ ਪਾਤਸ਼ਾਹ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਭੇਜਿਆ ਸੀ ਕੀਰਤਪੁਰ ਸਾਹਿਬ ਨਗਰ ਵਸਾਉਣ ਵਾਸਤੇ। ਤਾਂ ਇਹ ਪਹਿਲੀ ਪਹਾੜੀ ਦੇ ਉੱਤੇ ਬਾਬਾ ਬੁੱਢਣ ਸ਼ਾਹ ਜੀ ਨੇ ਆਪਣੇ ਡੇਰਾ ਲਾਇਆ ਹੋਇਆ ਸੀ। ਬਾਬਾ ਗੁਰਦਿੱਤਾ ਜੀ ਨੇ ਆਖਿਆ ਕਿ ਸਾਨੂੰ ਮਹਾਰਾਜ ਜੀ ਦਾ ਹੁਕਮ ਹੋਇਆ, ਅਸੀਂ ਇਸ ਪਹਾੜੀ ਦੇ ਉੱਤੇ ਨਗਰ ਵਸਾਉਣਾ ਆ। ਬਾਬਾ ਬੁੱਢਣ ਸ਼ਾਹ ਕਹਿਣ ਲੱਗੇ ਕਿ ਮਹਾਰਾਜ ਤੁਸੀਂ ਗੁਰੂ ਦੇ ਪੁੱਤਰ ਹੋ, ਸਤਿਕਾਰਯੋਗ ਹੋ। ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਪਰ ਜੇ ਅਸੀਂ ਪਰਲੇ ਪਹਾੜ 'ਤੇ ਚੱਲ ਗਏ, ਸਾਨੂੰ ਕਿਸੇ ਨੇ ਮੰਨਣਾ ਨਹੀਂ, ਸਾਡੀ ਮੰਨਤਾ ਨਹੀਂ ਰਹਿਣੀ, ਅਤੇ ਸਾਨੂੰ ਇੱਥੇ ਰਹਿਣ ਦਿਓ, ਤੁਸੀਂ ਦੂਸਰਾ ਪਹਾੜ ਮੱਲ ਲਓ, ਉੱਥੇ ਨਗਰ ਵਸਾ ਲਓ। ਬਾਬਾ ਗੁਰਦਿੱਤਾ ਜੀ ਕਹਿਣ ਲੱਗੇ ਕਿ ਬਾਬਾ ਬੁੱਢਣ ਸ਼ਾਹ ਜੀ ਤੁਸੀਂ ਅਗਲੇ ਪਹਾੜ 'ਤੇ ਚਲੇ ਜਾਓ, ਅਸੀਂ ਤੁਹਾਡੇ ਨਾਲ ਬਚਨ ਕਰਦੇ ਹਾਂ ਕਿ ਜਿਹੜਾ ਸਾਡੇ ਸਥਾਨ ਦੇ ਦਰਸ਼ਨ ਕਰਨ ਆਇਆ ਕਰੇਗਾ ਨਾ, ਜਦੋਂ ਤੱਕ ਉਹ ਤੁਹਾਡੇ ਸਥਾਨ 'ਤੇ ਨਹੀਂ ਜਾਇਆ ਕਰੇਗਾ, ਉਹਦੀ ਯਾਤਰਾ ਨਹੀਂ ਪੂਰੀ ਹੋਇਆ ਕਰੇਗੀ। ਇਹ ਬਚਨ ਬਾਬਾ ਗੁਰਦਿੱਤਾ ਜੀ ਨੇ ਕੀਤੇ ਸੀ। ਛੇਵੇਂ ਪਾਤਸ਼ਾਹ ਜੀ ਦੇ ਸਪੁੱਤਰ ਸਨ ਬਾਬਾ ਗੁਰਦਿੱਤਾ ਜੀ। ਤਾਂ ਸਾਧ ਸੰਗਤ ਜੀ ਬਾਬਾ ਬੁੱਢਣ ਸ਼ਾਹ ਜੀ ਦੂਸਰੇ ਪਹਾੜ 'ਤੇ ਗਏ ਸਨ। ਅੱਜ ਵੀ ਸੰਗਤਾਂ ਜਾਂਦੀਆਂ ਅਤੇ ਉੱਥੇ ਜਾ ਕੇ ਅਤੇ ਬਾਬਾ ਗੁਰਦਿੱਤਾ ਜੀ ਦੇ ਸਥਾਨ 'ਤੇ ਅਤੇ ਫਿਰ ਪਰਲੇ ਸਥਾਨ 'ਤੇ ਬਾਬਾ ਬੁੱਢਣ ਸ਼ਾਹ ਜੀ ਦੇ ਸਥਾਨ 'ਤੇ ਜਾਂਦੀਆਂ ਨੇ, ਤਾਂ ਯਾਤਰਾ ਸਫਲ ਹੁੰਦੀ ਹੈ। ਤੋ ਛੇਵੇਂ ਪਾਤਸ਼ਾਹ ਜੀ ਨੇ ਜਦੋਂ ਦੁੱਧ ਸਾਧ ਸੰਗਤ ਜਿਨ੍ਹਾਂ ਦੇ ਕੋਲੋਂ ਛਕਿਆ ਤਾਂ ਬਚਨ ਕੀਤੇ ਮਹਾਰਾਜ ਜੀ ਨੇ ਕਿ ਕੀ ਚਾਹੁੰਦੇ ਹੋ ਬਾਬਾ ਬੁੱਢਣ ਸ਼ਾਹ ਜੀ? ਤਾਂ ਬੇਨਤੀ ਕੀਤੀ, ਮਹਾਰਾਜ ਜੀ ਸਰੀਰ ਤਾਂ ਹੁਣ ਬੜਾ ਬਿਰਧ ਹੋ ਚੁੱਕਾ ਹੈ। ਤਾਂ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸਰੀਰ ਫਿਰ ਤਿਆਗ ਦਿਓ, ਹੁਣ ਤੁਹਾਡੀ ਉਮਰ ਬੜੀ ਹੋ ਚੁੱਕੀ ਹੈ। ਪਰ ਕਿ ਨਹੀਂ ਮਹਾਰਾਜ ਜੀ, ਸਾਡੀ ਇੱਛਾ ਆ ਕਿ ਤੁਹਾਡੇ ਜਿੰਨੇ ਤੁਸੀਂ ਸਰੂਪ ਮਹਾਰਾਜ ਜੀ ਧਾਰਨ ਕਰੋ, ਉਹਨਾਂ ਸਾਰਿਆਂ ਦੇ ਦਰਸ਼ਨ ਕਰੀਏ। ਤਾਂ ਛੇਵੇਂ ਪਾਤਸ਼ਾਹ ਜੀ ਕਹਿੰਦੇ ਅਸੀਂ ਤਾਂ ਭਾਈ 10 ਸਰੂਪ ਧਾਰਨ ਕਰਨੇ ਹੈ, ਅਤੇ ਮਹਾਰਾਜ ਜੀ ਕਿਰਪਾ ਕਰੋ 10 ਸਰੂਪਾਂ ਦੇ ਦਰਸ਼ਨ ਕਰੀਏ। ਛੇਵੇਂ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ ਸੀ, ਬਾਬਾ ਬੁੱਢਣ ਸ਼ਾਹ ਜੀ ਤੁਸੀਂ ਸਾਡੇ 10 ਸਰੂਪਾਂ ਦੇ ਦਰਸ਼ਨ ਕਰੋਗੇ। ਸਾਧ ਸੰਗਤ ਜੀ ਬਾਬਾ ਬੁੱਢਣ ਸ਼ਾਹ ਜੀ ਫਿਰ
ਦਸਵੇਂ ਪਾਤਸ਼ਾਹ ਜੀ ਜਦੋਂ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਆਏ ਨਾ ਚੱਲ ਕੇ, ਫਿਰ ਬਾਬਾ ਬੁੱਢਣ ਸ਼ਾਹ ਜੀ ਨੇ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਤੇ ਫਿਰ ਸਰੀਰ ਛੱਡਿਆ ਸੀ। ਇੰਨੀ ਲੰਮੀ ਉਮਰ ਹੋਈ ਹੈ ਇਹਨਾਂ ਦੀ, 10 ਪਾਤਸ਼ਾਹੀਆਂ ਦੇ ਦਰਸ਼ਨ ਇਹਨਾਂ ਕੀਤੇ ਹੈ। ਤੋ ਮਹਾਰਾਜ ਜੀ ਬਚਨ ਕਰਦੇ ਆ ਕਿ ਭਾਈ ਗੁਰਮੁਖ ਬੁੱਢੇ ਕਦੇ ਨਾ ਹੀ। ਜਿਹੜੇ ਗੁਰਮੁਖ ਹੁੰਦੇ ਹੈ ਨਾ ਉਹ ਕਦੇ ਨਹੀਂ ਬੁੱਢੇ ਹੁੰਦੇ। ਪੋਖ ਤੁਖਾਰ ਨਾ ਵਿਆਪਈ, ਉਹਨਾਂ ਨੂੰ ਜਿਹੜੇ ਪੋਹ ਦੇ ਮਹੀਨੇ ਦੀ ਠੰਡ ਹੈ ਨਾ ਇਹ ਕਿਸੇ ਪ੍ਰਕਾਰ ਵੀ ਵਿਆਪਦੀ ਨਹੀਂ, ਲੱਗਦੀ ਨਹੀਂ, ਕਿਉਂਕਿ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਚੁੱਕੀ ਹੁੰਦੀ ਹੈ। ਸਾਧ ਸੰਗਤ ਜੀ, ਪੋਹ ਦਾ ਮਹੀਨਾ ਅੱਜ ਤੋਂ ਚੜ੍ਹਿਆ ਹੈ। ਆਪ ਸਾਰੇ ਭਲੀ ਭਾਂਤ ਜਾਣੂ ਵੀ ਹੋ ਕਿ ਜਿਹੜਾ ਸ਼ਹੀਦੀ ਹਫ਼ਤਾ ਉਹ ਸ਼ੁਰੂ ਹੋ ਚੁੱਕਾ ਹੈ। 5-6 ਪੋਹ ਤੋਂ ਜਿਹੜਾ ਸ਼ਹੀਦੀ ਹਫ਼ਤਾ ਸ਼ੁਰੂ ਹੋ ਜਾਣਾ। ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਹਫ਼ਤੇ ਦੇ ਵਿੱਚ ਆਪਣਾ ਸਾਰਾ ਹੀ ਸਰਬੰਸ ਮਹਾਰਾਜ ਨੇ ਖਾਲਸੇ ਦੇ ਉੱਤੋਂ ਕੁਰਬਾਨ ਕਰ ਦਿੱਤਾ ਸੀ। ਇਹ ਪੋਹ ਦਾ ਮਹੀਨਾ ਸਾਧ ਸੰਗਤ ਜੀ ਸ਼ੁਰੂ ਹੋਇਆ ਆ। ਕਿੰਨੀ ਠੰਡ ਸੀ ਉਸ ਵੇਲੇ, ਪਰ ਫਿਰ ਵੀ ਮਹਾਰਾਜ ਜੀ ਦੇ ਨਾਲ ਰਹੇ ਸਿੱਖ। ਉਹਨਾਂ ਨੂੰ ਸਾਧ ਸੰਗਤ ਜੀ ਠੰਡ ਨਹੀਂ ਵਿਆਪੀ ਕਿਸੇ ਪ੍ਰਕਾਰ ਵੀ, ਉਹਨਾਂ ਨੂੰ ਠੰਡ ਨਹੀਂ ਲੱਗੀ। ਕਿੱਦਾਂ ਆਪਣਾ ਆਨੰਦਪੁਰੀ ਦਾ ਜਿਹੜਾ ਕਿਲ੍ਹਾ ਆ ਸ੍ਰੀ ਆਨੰਦਪੁਰ ਸਾਹਿਬ, ਸਾਰਾ ਸਮਾਨ ਬੰਨ੍ਹ ਕਰਕੇ ਵਿਦਵਾਨ ਦੱਸਦੇ ਹੈ ਕਿ ਜਦੋਂ ਸਿੰਘ ਉੱਥੋਂ ਤੁਰੇ ਨਾ, ਖਾਲਸਾ ਤੁਰਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਦੇ ਦਿੱਤਾ। ਜਦੋਂ ਸਿੰਘ ਬਾਰ-ਬਾਰ ਬੇਨਤੀ ਕਰੀ ਗਏ, ਮਹਾਰਾਜ ਜੀ ਚਲੀਏ ਚਲੀਏ, ਕਿਲ੍ਹਾ ਤਿਆਗ ਦਈਏ, ਮੁਸਲੇ ਹਟਦੇ ਨਹੀਂ। ਮਹਾਰਾਜ ਜੀ ਬੜਾ ਅੰਦਰ ਅਨਾਜ ਦਾ ਕੰਮ ਛਕਣ ਛਕਾਉਣ ਦਾ ਔਖਾ ਹੋਇਆ। ਮਾਤਾ ਗੁਜਰ ਕੌਰ ਜੀ ਨੇ ਵੀ ਬੇਨਤੀ ਕੀਤੀ। ਧੰਨ ਕਲਗੀਧਰ ਪਾਤਸ਼ਾਹ ਜੀ ਆਪਣੇ ਮਾਤਾ ਜੀ ਦੇ ਬਚਨ ਨਹੀਂ ਕਦੇ ਮੋੜਿਆ ਕਰਦੇ ਸਨ। ਜਦੋਂ ਮਾਤਾ ਜੀ ਨੇ ਬੇਨਤੀ ਕੀਤੀ ਤਾਂ ਮਹਾਰਾਜ ਨੇ ਫਿਰ ਸਿੰਘਾਂ ਨੂੰ ਹੁਕਮ ਦੇ ਦਿੱਤਾ ਕਿ ਠੀਕ ਹੈ ਭਾਈ, ਕਿਲ੍ਹਾ ਹੁਣ ਛੱਡ ਦਿੰਦੇ ਹਾਂ, ਪਰ ਗੱਲ ਇਹ ਹੈ ਕਿ ਤੁਹਾਨੂੰ ਨੁਕਸਾਨ ਬੜਾ ਝੱਲਣਾ ਪੈਣਾ। ਤਾਂ ਸਿੰਘਾਂ ਨੇ ਅੱਕਿਆਂ ਹੋਇਆਂ ਬੇਨਤੀ ਕੀਤੀ, ਮਹਾਰਾਜ ਜੀ ਕੋਈ ਨਹੀਂ, ਨੁਕਸਾਨ ਝੱਲ ਲਾਂਗੇ, ਪਰ ਕਿਲ੍ਹਾ ਛੱਡ ਦਈਏ ਇੱਕ ਵਾਰ, ਫਿਰ ਮੁੜ ਕੇ ਆ ਜਾਵਾਂਗੇ। ਵਿਦਵਾਨ ਲਿਖਦੇ ਆ ਸਾਧ ਸੰਗਤ ਜੀ, ਜਦੋਂ ਤਿਆਰੀ ਕੀਤੀ ਹੈ ਨਾ ਤਾਂ ਇੱਕ ਇੱਕ ਸਿੰਘ ਨੇ ਜਿੰਨੇ ਜਿੰਨੇ ਸ਼ਾਸਤਰ ਉਹਦੇ ਸਰੀਰ ਦੇ ਉੱਤੇ ਸੱਜ ਸਕਦੇ ਸਨ, ਉਨੇ ਸ਼ਾਸਤਰ ਉਹਨੇ ਸਿੰਘ ਨੇ ਆਪਣੇ ਸਰੀਰ ਦੇ ਉੱਤੇ ਸਜਾ ਲਏ। ਜਿੰਨਾ ਸਮਾਨ ਚੁੱਕਿਆ ਜਾ ਸਕਦਾ ਸੀ ਸਰੀਰ ਨੂੰ ਠੰਡ ਤੋਂ ਬਚਾਉਣ ਵਾਸਤੇ, ਉਨਾ ਸਮਾਨ ਚੁੱਕ ਲਿਆ। ਆਪਣੇ ਵਾਸਤੇ ਨਹੀਂ, ਦੂਸਰਿਆਂ ਵਾਸਤੇ, ਮਹਾਰਾਜ ਜੀ ਦੇ ਪਰਿਵਾਰ ਵਾਸਤੇ। ਤਾਂ ਉਹ ਸਿੱਖ ਸਾਧ ਸੰਗਤ ਜੀ ਇੱਦਾਂ ਤਿਆਰੀ ਕਰਕੇ ਫਿਰ ਆਨੰਦਾਂ ਦੀ ਪੁਰੀ ਨੂੰ ਜਦੋਂ ਛੱਡ ਕੇ ਨਿਕਲਣ ਲੱਗੇ ਨਾ, ਉਦੋਂ ਪਰਮੇਸ਼ਰ ਨੇ ਵੀ ਸਾਧ ਸੰਗਤ ਜੀ ਐਸਾ ਜਿਹੜਾ ਕੌਤਕ ਵਰਤਾਇਆ ਕਿ ਇੱਕ ਤਾਂ ਠੰਡ ਦਾ ਮਹੀਨਾ ਆ, ਧੁੰਦ ਬੜੀ ਪਈ ਹੈ, ਅਤੇ ਉਤੋਂ ਥੋੜ੍ਹਾ ਥੋੜ੍ਹਾ ਮੀਂਹ ਜਿਹੜਾ ਪੈਂਦਾ ਆ, ਅਤੇ ਹਵਾ ਬੜੀ ਠੰਡੀ ਚੱਲਦੀ ਹੈ। ਐਸੇ ਸਮੇਂ ਦੇ ਵਿੱਚ, ਭਿਆਨਕ ਸਮੇਂ ਦੇ ਵਿੱਚ ਸਾਧ ਸੰਗਤ ਜੀ ਮਹਾਰਾਜ ਜੀ ਨੇ ਕਿਲ੍ਹਾ ਛੱਡਿਆ। ਅਤੇ ਨਾਲ ਜਿਹੜੇ ਸਿੱਖ ਇੰਨੀ ਠੰਡ ਦੇ ਵਿੱਚ ਆ ਕੇ ਫਿਰ ਜੰਗ ਕੀਤਾ ਸਰਸਾ ਦੇ ਕੰਢੇ। ਤੋਂ ਮਹਾਰਾਜ ਜੀ ਨੇ ਉਹਨਾਂ ਵਾਸਤੇ ਬਚਨ ਕੀਤਾ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੂ। ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਪਰਮੇਸ਼ਰ ਪਤੀ ਦੀ ਸੰਗਤ ਕੀਤੀ ਨਾ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਵਰਗਾ ਗੁਰੂ ਮਿਲਿਆ, ਉਹਨਾਂ ਨੂੰ ਕਿਸੇ ਪ੍ਰਕਾਰ ਵੀ ਆ ਪੋਹ ਦੇ ਮਹੀਨੇ ਵਿੱਚ ਠੰਡ ਨਹੀਂ ਸਾਧ ਸੰਗਤ ਜੀ ਲੱਗੀ। ਉਹਨਾਂ ਨੂੰ ਠੰਡ ਵਿਆਪ ਨਹੀਂ ਸਕੀ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਐਸੀ ਸੀ ਉਹਨਾਂ ਦੇ ਉੱਤੇ। ਸਾਧ ਸੰਗਤ ਜੀ ਜਿਹੜੇ ਹੱਥਾਂ ਦੇ ਨਾਲ ਤਲਵਾਰਾਂ ਦੇ ਮੁੱਠੇ ਫੜੇ ਸਨ ਨਾ, ਠੰਡ ਐਨੇ ਜ਼ੋਰ ਦੀ ਪੈ ਰਹੀ ਸੀ ਕਿ ਉਹ ਜਿਹੜੇ ਹੱਥ ਮੁੜ ਕੇ ਸਿੱਧੇ ਨਹੀਂ ਸੀ ਹੁੰਦੇ, ਉਂਗਲਾਂ ਮੁੱਠਿਆਂ ਦੇ ਉੱਤੇ ਜੜੇ ਰਹਿ ਜਾਂਦੇ ਸੀ ਹੱਥ। ਭਾਵੇਂ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਵੀ ਹੋ ਗਏ ਸਨ, ਪਰ ਵਿਦਵਾਨਾਂ ਨੇ ਇਹ ਬਚਨ ਲਿਖਿਆ ਕਿ ਜਦੋਂ ਸ਼ਹੀਦ ਹੋਏ ਸਿੰਘਾਂ ਦੇ ਹੱਥਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਨਾ ਮੁਗਲਾਂ ਨੇ, ਉਦੋਂ ਵੀ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚੋਂ ਤਲਵਾਰਾਂ ਦੇ ਮੁੱਠੇ ਨਹੀਂ ਛੱਡੇ। ਇੰਨਾ ਪ੍ਰੇਮ ਕਲਗੀਧਰ ਪਾਤਸ਼ਾਹ ਜੀ ਦੇ ਨਾਲ। ਉਹ ਠੰਡ ਨਹੀਂ ਉਹਨਾਂ ਨੂੰ ਵਿਆਪੀ ਕਿਸੇ ਪ੍ਰਕਾਰ ਵੀ। ਤੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਇਹ ਕਰਦੇ ਆ ਕਿ ਭਾਈ ਠੰਡ ਦੇ ਮਹੀਨੇ ਵਿੱਚ, ਪੋਹ ਦੇ ਮਹੀਨੇ ਵਿੱਚ ਜਿਨ੍ਹਾਂ ਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਵੀ ਪਾਈਏ ਪੋਹ ਦਾ ਮਹੀਨਾ ਵਿਆਪਦਾ ਨਹੀਂ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹ। ਜਿਨ੍ਹਾਂ ਨੂੰ ਸਾਧ ਸੰਗਤ ਜੀ ਸ਼ਾਹੂ ਜੋ ਅਕਾਲ ਪੁਰਖ ਪਤੀ ਪਰਮੇਸ਼ਰ ਹੈ ਨਾ, ਉਹਦੇ ਦਰਸ਼ਨਾਂ ਦੀ ਇੱਛਾ ਸਾਧ ਸੰਗਤ ਜੀ ਲੱਗ ਗਈ ਹੈ। ਦਰਸ਼ਨ ਲੱਗੜਾ ਸਾਹੋ, ਸਾਹੋ ਜੋ ਸ਼ਾਹੂ ਸਾਰਿਆਂ ਤੋਂ ਵੱਡਾ ਸ਼ਾਹਪਤੀ ਪਰਮੇਸ਼ਰ ਹੈ, ਜਿਨ੍ਹਾਂ ਨੂੰ ਉਹਦੇ ਦਰਸ਼ਨਾਂ ਦੀ ਇੱਛਾ ਲੱਗ ਗਈ ਹੈ ਨਾ, ਮਨ ਬੇਦਿਆ ਚਰਨਾਰ ਬਿੰਦ,
ਉਹਨਾਂ ਦਾ ਮਨ ਜਿਹੜਾ ਵੇਦਿਆ ਭਾਵ ਬਿੰਨਿਆ ਗਿਆ ਚਰਨਾਰ ਬਿੰਦ ਕੀ ਚਰਨ ਕਮਲ ਸਰੀਖਾਂ ਦੇ ਵਿੱਚ, ਕਮਲ ਸਰੀਖੇ ਚਰਨਾਂ ਦੇ ਵਿੱਚ ਉਹਨਾਂ ਦਾ ਮਨ ਬਿੰਨਿਆ ਗਿਆ ਆ। ਉਹਨਾਂ ਨੂੰ ਨਹੀਂ ਸਾਧ ਸੰਗਤ ਜੀ ਫਿਰ ਕਿਸੇ ਪ੍ਰਕਾਰ ਵੀ ਠੰਡ ਵਿਆਪਦੀ। ਜਿਨ੍ਹਾਂ ਨੂੰ ਦਰਸ਼ਨਾਂ ਦੀ ਇੱਛਾ ਲੱਗੀ ਹੈ ਉਹ ਤਾਂ ਉੱਚੀ ਉੱਚੀ ਇਹੀ ਪੰਕਤੀਆਂ ਪੜ੍ਹਦੇ ਐ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ। ਉਹ ਤਾਂ ਇਹ ਉੱਚੀ ਉੱਚੀ ਪੰਕਤੀਆਂ ਪੜ੍ਹ ਕੇ ਸੁਣਾਉਂਦੇ ਐ। ਸਾਧ ਸੰਗਤ ਜੀ ਔਰੰਗਜ਼ੇਬ ਨੇ ਆਪਣੀ ਸਭਾ ਦੇ ਵਿੱਚ ਇਹ ਗੱਲ ਕਹੀ ਕਿ ਕੋਈ ਭਾਈ ਐਸਾ ਸੂਰਮਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸੀਸ ਵੱਢ ਕੇ ਮੇਰੇ ਕੋਲ ਲਿਆਵੇ। ਕੋਈ ਹੈ ਐਸਾ ਸੂਰਮਾ? ਸਾਧ ਸੰਗਤ ਜੀ ਕੋਈ ਨਾ ਉੱਠਿਆ। ਔਰੰਗਜ਼ੇਬ ਨੇ ਫਿਰ ਦੁਬਾਰਾ ਬਚਨ ਕੀਤਾ। ਉਸ ਵੇਲੇ ਇੱਕ ਸੈਦ ਖਾਂ ਪਠਾਨ ਉੱਠਿਆ। ਸੈਦ ਖਾਂ ਪਠਾਨ ਕਹਿੰਦਾ ਮੈਂ ਮਹਾਰਾਜ ਦਾ ਸੀਸ ਵੱਢ ਕੇ ਲਿਆਊਂ। ਔਰੰਗਜ਼ੇਬ ਬੜਾ ਖੁਸ਼ ਹੋਇਆ। 1.5 ਲੱਖ ਫੌਜ ਇਹਨੂੰ ਦਿੱਤੀ ਹੈ। ਇਹ ਸਾਧ ਸੰਗਤ ਜੀ ਉੱਥੋਂ ਦਿੱਲੀ ਤੋਂ ਧਾਹਾਂ ਮਾਰਦਾ ਆਇਆ, ਫੌਜ ਦੇ ਨਾਲ ਚੱਲ ਕੇ ਆਇਆ, ਬੜਾ ਖੁਸ਼। ਕਹਿੰਦਾ ਕਿਹੜੀ ਗੱਲ ਹੈ, ਫਿਰ ਕੀ ਹੋ ਗਿਆ? ਕਹਿੰਦਾ ਗੁਰੂ ਗੋਬਿੰਦ ਸਿੰਘ ਇਕੱਲੇ ਹੀ ਹੈ, ਕਿੰਨੇ ਕੁ ਸਿੱਖ ਹੋਣਗੇ? ਕਹਿੰਦਾ ਉਹਨਾਂ ਦੇ ਨਾਲ ਮੈਂ ਕਹਿੰਦਾ ਥੋੜ੍ਹੇ ਸਮੇਂ ਦੇ ਵਿੱਚ ਹੀ ਉਹਨਾਂ ਨੂੰ ਫੜ ਕੇ ਲੈ ਚੱਲਾਂਗਾ। ਸਾਧ ਸੰਗਤ ਜੀ ਤੁਰਦਾ ਆਇਆ। ਇਹਦੀ ਭੈਣ ਵਿਆਹੀ ਹੋਈ ਸੀ ਆ ਨੂਰਪੁਰ ਦੇ ਕੋਲ, ਜੇਤੇਵਾਲ ਪਿੰਡ ਹੈ। ਆਪਣੀ ਭੈਣ ਦੇ ਕੋਲ ਆ ਕੇ ਰੁਕਿਆ ਤੇ ਭੈਣ ਨੇ ਪੁੱਛਿਆ ਕਿ ਬੜਾ ਲਸ਼ਕਰ ਆਪਣੇ ਨਾਲ ਲੈ ਕੇ ਆਇਆ, ਕਿੱਧਰ ਚਾਲਾ ਮਾਰਿਆ ਜੇ? ਕਹਿਣ ਲੱਗਾ ਕਿ ਮੈਂ ਜਿਹੜਾ ਕਲਗੀਆਂ ਵਾਲਾ ਆਨੰਦਾਂ ਦੀ ਪੁਰੀ ਦੇ ਵਿੱਚ ਰਹਿੰਦਾ ਉਹਨੂੰ ਫੜਨ ਚੱਲਿਆ। ਮੈਨੂੰ ਮੇਰੇ ਔਰੰਗਜ਼ੇਬ ਦਾ ਹੁਕਮ ਹੈ, ਮੇਰੇ ਰਾਜੇ ਦਾ, ਕਿ ਉਹਦਾ ਸੀਸ ਵੱਢ ਕੇ ਲਿਆਉਣਾ ਆ। ਕਹਿੰਦਾ ਉੱਥੇ ਨੂੰ ਚੱਲਿਆ। ਅਤੇ ਉਹ ਜਿਹੜੀ ਇਹਦੀ ਭੈਣ ਸੀ ਉਹ ਮਹਾਰਾਜ ਦੀ ਸ਼ਰਧਾਲੂ ਸੀ, ਉਹ ਮਹਾਰਾਜ ਦੀ ਮਹਿਮਾ ਤੋਂ ਜਾਣੂ ਸੀ। ਉਹਨੇ ਬੜਾ ਇਹਨੂੰ ਰੋਕਿਆ। ਕਹਿੰਦੀ ਤੂੰ ਨਾ ਜਾ, ਉਹ ਤਾਂ ਪੂਰੇ ਗੁਰੂ ਹਨ। ਪਰ ਇਹ ਸਾਧ ਸੰਗਤ ਜੀ ਮੰਨਿਆ ਨਾ। ਰਾਤ ਨੂੰ ਮੰਜਾ ਡਾਹ ਕੇ ਜਦੋਂ ਲੰਮਾ ਪਿਆ ਨਾ ਤੇ ਮਨ ਦੇ ਵਿੱਚ ਸੋਚਦਾ, ਕਹਿੰਦਾ ਕਿੱਡੇ ਕੁ ਵੱਡੇ ਗੁਰੂ ਹੋਣਗੇ, ਕਿਤੇ ਕਿੱਡਾ ਕੁ ਵੱਡਾ ਕਹਿੰਦਾ ਉਹਨਾਂ ਦਾ ਪ੍ਰਤਾਪ ਹੋਊਗਾ। ਅਤੇ ਉੱਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਾਂ ਦੀ ਪੁਰੀ ਦੇ ਵਿੱਚ ਸਿੰਘਾਂ ਦੇ ਨਾਲ ਬੈਠੇ ਆ। ਰਾਤ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੈਸੇ ਹੀ ਆਪਣੇ ਹੱਥਾਂ ਦੇ ਵਿੱਚ ਤੀਰ ਕਮਾਨ ਫੜਿਆ ਅਤੇ ਤੀਰ ਚਿੱਲੇ 'ਤੇ ਚੜ੍ਹਾ ਕੇ ਨਾ ਮਹਾਰਾਜ ਨੇ ਜ਼ੋਰ ਦੇ ਨਾਲ ਜਦੋਂ ਛੱਡਿਆ ਨਾ ਇੱਧਰਲੇ ਪਾਸੇ ਨੂੰ ਜੇਤੇਵਾਲ ਵੱਲ ਨੂੰ, ਤਾਂ ਜਿਹੜੇ ਮੰਜੇ ਦੇ ਉੱਤੇ ਸੁੱਤਾ ਪਿਆ ਸੀ ਪਾਵੇ ਦੇ ਵਿੱਚ ਆ ਕੇ ਸਾਧ ਸੰਗਤ ਜੀ ਤੀਰ ਵੱਜਿਆ। ਜਦੋਂ ਇਹਨੇ ਤੀਰ ਵੇਖਿਆ ਬੜਾ ਹੈਰਾਨ ਹੋਇਆ। ਕਹਿੰਦਾ ਇਹ ਤੀਰ ਕਿੱਧਰੋਂ ਆਇਆ ਆ? ਤਾਂ ਉਦੋਂ ਇਹਦੀ ਭੈਣ ਨੇ ਅੰਦਾਜ਼ਾ ਲਾ ਲਿਆ ਕਿ ਮਹਾਰਾਜ ਨੇ ਇਹਨੂੰ ਸੰਕੇਤ ਦਿੱਤਾ। ਇਹਦੀ ਭੈਣ ਨੇ ਬੜਾ ਸਮਝਾਇਆ ਪਰ ਮੰਨਿਆ ਨਾ। ਜੇਤੇਵਾਲ ਤੋਂ ਲੈ ਕੇ ਫੌਜ ਸਾਧ ਸੰਗਤ ਜੀ ਪਹੁੰਚ ਗਿਆ ਅਨੰਦਪੁਰ ਸਾਹਿਬ ਦੇ ਵਿੱਚ। ਬੜਾ ਜੰਗ ਉੱਥੇ ਹੋਣ ਲੱਗਾ ਅਤੇ ਸੈਦ ਖਾਂ ਜਿਹੜਾ ਸਾਰੀ ਫੌਜ ਦੇ ਪਿੱਛੇ ਪਿੱਛੇ ਜੰਗ ਲੜ ਰਿਹਾ ਸੀ, ਨਿਗਰਾਨੀ ਕਰ ਰਿਹਾ ਸੀ ਸਾਰੀ ਫੌਜ ਦੀ। ਪਰ ਜਦੋਂ ਇਹਦੇ ਮਨ ਦੇ ਵਿੱਚ ਇੱਛਾ ਸੀ ਕਿ ਇੱਕ ਵਾਰੀ ਮੈਂ ਕਲਗੀਧਰ ਪਾਤਸ਼ਾਹ ਨੂੰ ਵੇਖਾਂ ਤਾਂ ਸਹੀ ਕਿ ਕਿਹੜਾ ਗੁਰੂ ਹੈ ਜਿਹੜਾ ਐਡਾ ਬਲਵਾਨ ਹੈ, ਜਿਹਦੇ ਸਿੱਖ ਵੀ ਐਡੇ ਬਲਵਾਨ ਹੈ। ਸਾਧ ਸੰਗਤ ਜੀ ਫੌਜ ਦੇ ਵਿੱਚ ਪਿੱਛੇ ਪਿੱਛੇ ਆ ਕੇ ਖੜ੍ਹਾ ਸੀ। ਤਾਂ ਕਲਗੀਧਰ ਪਾਤਸ਼ਾਹ ਜੀ ਨੇ ਜਾਣਿਆ ਕਿ ਇਹਨੇ ਮਨ ਦੇ ਵਿੱਚ ਇੱਛਾ ਕੀਤੀ ਹੈ ਸਾਡੇ ਦਰਸ਼ਨਾਂ ਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਨੀਲਾ ਘੋੜਾ ਕੀਤਾ ਤਿਆਰ। ਉੱਤੇ ਸਵਾਰ ਹੋ ਕਰਕੇ ਜਦੋਂ ਸਤਿਗੁਰੂ ਜੀ ਜੰਗ ਦੇ ਵਿੱਚ ਪਹੁੰਚੇ ਨਾ, ਤਾਂ ਸੈਦ ਖਾਂ ਦੀ ਨਜ਼ਰ ਪਈ ਨਾ। ਜਦੋਂ ਪਹਿਲੀ ਨਜ਼ਰੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ, ਇਹਦੇ ਹੱਥਾਂ ਦੇ ਵਿੱਚੋਂ ਸਾਧ ਸੰਗਤ ਜੀ ਸ਼ਸਤਰ ਜਿਹੜੇ ਛੁੱਟ ਕੇ ਗਿਰ ਗਏ। ਉਸੇ ਵੇਲੇ ਮਨ ਦੇ ਵਿੱਚ ਪ੍ਰੇਮ ਜਾਗ ਗਿਆ ਅਤੇ ਇਹਦੇ ਨੇਤਰ ਹਟ ਹੀ ਨਹੀਂ ਰਹੇ ਮਹਾਰਾਜ ਦੇ ਦਰਸ਼ਨ ਕਰਨ ਤੋਂ। ਸਾਰੀ ਫੌਜ ਇਹਦੇ ਵੱਲ ਵੇਖਦੀ ਹੈ, ਕਹਿੰਦੀ ਸੈਦ ਖਾਂ ਇਹੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਫੜ ਲੈ ਇਹਨੂੰ, ਵੱਢਦੇ ਸੀਸ ਇਹਨਾਂ ਦਾ। ਸਾਧ ਸੰਗਤ ਜੀ ਹੱਥਾਂ ਦੇ ਵਿੱਚੋਂ ਸ਼ਸਤਰ ਡਿੱਗ ਪਏ ਹੈ ਅਤੇ ਗੋਡਿਆਂ ਭਾਰ ਹੋ ਕੇ ਨਮਸਕਾਰ ਕਰਨ ਲੱਗਾ। ਕਹਿੰਦਾ ਹੁਣ ਤਾਂ ਮੇਰਾ ਸੀਸ ਭਾਵੇਂ ਵੱਢ ਲੈਣ, ਇਹਨਾਂ ਦਾ ਸੀਸ ਮੈਂ ਕਿੱਥੇ ਵੱਢ ਕੇ ਲਿਜਾਉਣਾ ਆ। ਮਹਾਰਾਜ ਦਾ ਉਸੇ ਵੇਲੇ ਪ੍ਰੇਮੀ ਹੋ ਗਿਆ, ਆਸ਼ਿਕ ਹੋ ਗਿਆ। ਜਦੋਂ ਸਾਧ ਸੰਗਤ ਜੀ ਮੋਹਰੀ ਕਾਰ ਹੀ ਜਿਹੜਾ ਗੋਡੇ ਟੇਕ ਗਿਆ, ਫਿਰ ਫੌਜ ਨੇ ਕਿੱਥੋਂ ਖੜਨਾ ਸੀ। ਸਾਰੀ ਫੌਜ ਉਸ ਵੇਲੇ ਭੱਜ ਗਈ। ਮਹਾਰਾਜ ਦਾ ਦੀਵਾਨਾ ਹੋ ਗਿਆ। ਕਲਗੀਧਰ ਪਾਤਸ਼ਾਹ ਜੀ ਦੇ ਐਸੇ ਪ੍ਰਤਾਪੀ ਚਿਹਰੇ ਦੇ ਜਦੋਂ ਇਹਨੇ ਦਰਸ਼ਨ ਕੀਤੇ, ਸਾਧ ਸੰਗਤ ਜੀ ਫਿਰ ਇਤਿਹਾਸ ਦੇ ਵਿੱਚ ਲਿਖਿਆ ਕਿ ਸੈਦ ਖਾਂ ਜਿਹੜਾ ਮਹਾਰਾਜ ਦਾ ਸਿੱਖ ਬਣ ਗਿਆ ਅਤੇ ਸਿੱਖ ਬਣ ਕਰਕੇ ਪਾਉਂਟਾ ਸਾਹਿਬ ਦੀਆਂ ਜਿਹੜੀਆਂ ਪਹਾੜੀਆਂ ਉੱਥੇ ਜਾ ਕੇ ਜਪ ਤਪ ਲੱਗ ਪਿਆ ਕਰਨ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਉਂਟਾ ਸਾਹਿਬ ਗਏ ਹੈ ਤਾਂ ਉੱਥੇ ਮਹਾਰਾਜ ਨੂੰ ਮਿਲਿਆ। ਕਹਿੰਦਾ ਮਹਾਰਾਜ ਜੀ ਕੀ ਹੁਕਮ ਹੈ? ਕਲਗੀਧਰ ਪਾਤਸ਼ਾਹ ਕਹਿੰਦੇ ਨੰਦੇੜ ਦੀ ਧਰਤੀ 'ਤੇ ਚਲਿਆ ਜਾ, ਉੱਥੇ ਇੱਕ ਲੱਕੜ ਸ਼ਾਹ ਫਕੀਰ ਹੈ, ਉਹਦੇ ਕੋਲ ਜਾ ਕੇ ਬੰਦਗੀ ਕਰ, ਉਹਦਾ ਸੰਗ ਕਰ। ਸਾਧ ਸੰਗਤ ਜੀ ਫਿਰ ਇਹ ਹਜ਼ੂਰ ਸਾਹਿਬ ਚਲਿਆ ਗਿਆ ਸੀ ਸੈਦ ਖਾਂ। ਉੱਥੇ ਜਾ ਕੇ ਨੇ ਬੜੀ ਬੰਦਗੀ, ਬੜਾ
ਜਪ ਤਪ ਕੀਤਾ। ਤੇ ਕਲਗੀਧਰ ਪਾਤਸ਼ਾਹ ਜੀ ਜਦੋਂ ਫਿਰ ਹਜੂਰ ਸਾਹਿਬ ਗਏ, ਉੱਥੇ ਮਹਾਰਾਜ ਜੀ ਨੇ ਦਰਸ਼ਨ ਦੇ ਕੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ। ਤੋ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ। ਜਿਨ੍ਹਾਂ ਦਾ ਮਨ ਪ੍ਰਭੂ ਪਰਮੇਸ਼ਰ ਦੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਿੰਨਿਆ ਗਿਆ ਨਾ, ਉਹਨੂੰ ਪਰਮੇਸ਼ਰ ਦੇ ਦਰਸ਼ਨਾਂ ਦੀ ਜਿਹੜੀ ਇੱਛਾ ਸਾਧ ਸੰਗਤ ਜੀ ਉਹ ਲੱਗ ਜਾਂਦੀ ਹੈ। ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੂ। ਜਿਹੜੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਦਰਸ਼ਨਾਂ ਦੀ ਪਿਆਸ ਲੱਗ ਗਈ ਹੈ, ਪ੍ਰਭੂ ਦੇ ਪਿਆਰਿਆਂ ਨੂੰ, ਜਿਨ੍ਹਾਂ ਨੇ ਦਰਸ਼ਨ ਮਹਾਰਾਜ ਜੀ ਦੇ ਕਰ ਲਏ ਹਨ, ਉਹਨਾਂ ਜਗਿਆਸੂਆਂ ਨੂੰ ਓਟ ਗੋਬਿੰਦ ਗੋਪਾਲ ਰਾਏ, ਉਹਨਾਂ ਨੂੰ ਓਟ ਆਸਰਾ ਹੋ ਜਾਂਦਾ ਗੋਬਿੰਦ ਪ੍ਰਭੂ ਪਰਮੇਸ਼ਰ ਦਾ, ਜੋ ਗੋਪਾਲ ਧਰਤੀ ਨੂੰ ਪਾਲਣ ਵਾਲਾ ਹੈ, ਰਾਏ ਜੋ ਸਾਰਿਆਂ ਦਾ ਰਾਜਾ ਸਰੂਪ ਹੈ। ਵਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹੂ। ਸਾਧ ਸੰਗਤ ਜੀ ਸੇਵਾ ਸੁਆਮੀ ਲਾਹੂ। ਜਿਨ੍ਹਾਂ ਨੂੰ ਪ੍ਰਭੂ ਪਰਮੇਸ਼ਰ ਦੇ ਆਸਰਾ ਹੋ ਗਿਆ, ਉਹਦੇ ਦਰਸ਼ਨਾਂ ਦਾ, ਉਹਦੇ ਨਾਮ ਦਾ ਆਸਰਾ ਹੋ ਗਿਆ, ਉਹਨਾਂ ਨੂੰ ਸੇਵਾ ਸੁਆਮੀ ਲਾਹੋ, ਉਹਨਾਂ ਨੂੰ ਲਾਹਾ ਹੋ ਜਾਂਦਾ ਸੁਆਮੀ ਮਾਲਕ ਦੀ ਸੇਵਾ ਦਾ। ਉਹ ਵੱਧ ਚੜ੍ਹ ਕੇ ਲਾਹਾ ਲੈਂਦੇ ਨੇ ਸੇਵਾ ਕਰਨ ਦਾ। ਐਸੇ ਜਿਹੜੇ ਜਗਿਆਸੂ ਹਨ, ਸੰਤ ਮਹਾਂਪੁਰਸ਼ ਸਾਧੂ ਹਨ, ਉਹਨਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ, ਰੱਬ ਦੀ ਪ੍ਰਾਪਤੀ ਹੋਈ, ਵਿਖਿਆ ਪੋਹੇ ਨਾ ਸਕਈ। ਉਹਨਾਂ ਨੂੰ ਵਿਖਿਆ ਜਿਹੜੀ ਜ਼ਹਿਰ ਹੈ ਨਾ ਵਿਸ਼ਿਆਂ ਦੀ, ਇਹ ਪੋਹ ਨਹੀਂ ਸਕਦੀ ਕਿਸੇ ਪ੍ਰਕਾਰ ਵੀ। ਮਿਲ ਸਾਧੂ ਗੁਣ ਗਾਹੂ। ਉਹ ਸਾਧੂਆਂ ਦੇ ਨਾਲ ਮਿਲ ਮਿਲ ਕਰਕੇ ਪ੍ਰਭੂ ਪਰਮੇਸ਼ਰ ਦੇ ਗੁਣ ਗਾਉਂਦੇ ਹੈ, ਉਹਦੀਆਂ ਵਡਿਆਈਆਂ ਗਾਉਂਦੇ ਹੈ। ਵਿਖਿਆ ਪੋਹੇ ਨਾ ਸਕਈ। ਉਹਨਾਂ ਨੂੰ ਵਿਸ਼ਿਆਂ ਦੀ ਜ਼ਹਿਰ, ਮਾਇਆ ਦੀ ਜ਼ਹਿਰ ਕਿਸੇ ਪ੍ਰਕਾਰ ਵੀ ਪੋਹ ਨਹੀਂ ਸਕਦੀ, ਕਿਉਂਕਿ ਦੂਰ ਹੋ ਜਾਂਦੇ ਮਾਇਆ ਤੋਂ। ਮਾਇਆ ਤਾਂ ਸਾਧ ਸੰਗਤ ਜੀ ਉਹਨਾਂ ਦੇ ਦਾਸੀ ਬਣ ਜਾਂਦੀ ਹੈ, ਚਰਨਾਂ ਦੀ ਦਾਸੀ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਭਗਤਾਂ ਦੇ ਕੰਮ ਕਰਦੀ ਫਿਰਦੀ ਹੈ ਮਾਇਆ। ਇੱਕ ਸਾਧੂ ਸਾਧ ਸੰਗਤ ਜੀ ਬੜੇ ਜਪੀ ਤਪੀ ਨਦੀ ਦੇ ਕੰਢੇ ਇੱਕ ਸਿਲਾ ਦੇ ਉੱਤੇ ਬਹਿ ਕੇ ਤਪ ਕਰਿਆ ਕਰਨ, ਤੇ ਮਾਇਆ ਉਹਨਾਂ ਦੇ ਕੋਲ ਵਾਰੀ ਵਾਰੀ ਆਵੇ, ਕਹਿੰਦੀ ਮਹਾਂਪੁਰਸ਼ੋ ਸੇਵਾ ਦਾ ਮੌਕਾ ਦਿਓ, ਸੇਵਾ ਦਾ, ਮੇਰੇ ਤਾਈਂ ਸੇਵਾ ਦਿਓ ਕੋਈ ਕਰਨ ਵਾਸਤੇ, ਮੈਨੂੰ ਕੋਈ ਹੁਕਮ ਲਾਓ ਮੈਂ ਤੁਹਾਡੀ ਸੇਵਾ ਕਰਾਂ। ਉਹ ਮਹਾਂਪੁਰਸ਼ ਕਿਹਾ ਕਰਨ ਮਾਇਆ ਨੂੰ ਕਿ ਨਾ ਭਾਈ, ਅਸੀਂ ਤੇਰੇ ਕੋਲੋਂ ਕੋਈ ਸੇਵਾ ਨਹੀਂ ਲੈਣੀ, ਸਾਡਾ ਤੇਰੇ ਨਾਲ ਕੋਈ ਕੰਮ ਨਹੀਂ, ਤੂੰ ਸਾਡੇ ਕੋਲ ਨਾ ਆਇਆ ਕਰ। ਇਹ ਮਾਇਆ ਸਾਧ ਸੰਗਤ ਜੀ ਹਟੇ ਨਾ। ਫੇਰ ਸਾਧੂ ਕੋਲ ਆ ਗਈ, ਮਹਾਰਾਜ ਜੀ ਸੇਵਾ ਦਾ ਮੌਕਾ ਦਿਓ। ਤਾਂ ਉਹ ਸੰਤ ਮਹਾਂਪੁਰਖ ਕਹਿਣ ਲੱਗੇ ਕਿ ਸੇਵਾ ਕਰਨੀ ਹੈ? ਕਹਿੰਦੀ ਹਾਂ ਸੇਵਾ ਕਰਨੀ ਹੈ। ਕਹਿੰਦੇ ਜਿਹੜੀ ਮਰਜ਼ੀ ਦੇ ਦਈਏ? ਕਹਿੰਦੀ ਜਿਹੜੀ ਮਰਜ਼ੀ ਦੇ ਦਿਓ। ਤਾਂ ਮਹਾਂਪੁਰਖ ਸਿਲਾ ਤੋਂ ਉੱਠੇ, ਕਹਿੰਦੇ ਆ ਜਿਹੜੀ ਸਿਲਾ ਇਹਨਾਂ ਨੂੰ ਸਿਰ 'ਤੇ ਚੁੱਕੀ, ਫਿਰ ਬਸ ਇਹੀ ਤੇਰੀ ਸੇਵਾ ਆ। ਉਹ ਮਾਇਆ ਨੇ ਸਾਧ ਸੰਗਤ ਜੀ ਸਿਲਾ ਜਿਹੜੀ ਆਪਣੇ ਸਿਰ 'ਤੇ ਚੁੱਕ ਲਓ, ਬੜਾ ਭਾਰੀ ਪੱਥਰ ਸੀ ਜਿਹਦੇ ਉੱਤੇ ਬਹਿ ਕੇ ਤਪ ਕਰਿਆ ਕਰਦੇ, ਉਹ ਪੱਥਰ ਮਾਇਆ ਨੇ ਆਪਣੇ ਸਿਰ 'ਤੇ ਚੁੱਕ ਲਿਆ ਤੇ 12 ਸਾਲ ਚੁੱਕੀ ਫਿਰੀ ਸਿਲਾ ਨੂੰ ਸਿਰ ਦੇ ਉੱਤੇ, ਕੰਮ ਕੋਈ ਨਹੀਂ। ਤੇ ਬੜੀ ਤੰਗ ਹੋ ਗਈ, ਸਿਰ ਦੇ ਵਿੱਚ ਘਾਸਾ ਪੈ ਗਿਆ ਪੱਥਰ ਚੁੱਕ ਚੁੱਕ ਕੇ। ਤਾਂ ਇੱਕ ਦਿਨ ਇੱਕ ਸ਼ਾਹੂਕਾਰ ਮਹਾਂਪੁਰਖਾਂ ਕੋਲ ਆਇਆ, ਕਹਿੰਦੇ ਮਹਾਰਾਜਾ ਮਾਇਆ ਨੂੰ ਕਿਹੜੇ ਕੰਮ ਲਾਇਆ ਆ? ਤਾਂ ਸੰਤ ਕਹਿਣ ਲੱਗੇ ਕਿ ਅਸੀਂ ਕਿਹੜਾ ਇਹਨੂੰ ਕਿਹਾ ਸੀ, ਇਹ ਆਪ ਹੀ ਕਹਿੰਦੀ ਸੀ ਸੇਵਾ ਕਰਨੀ ਹੈ, ਤੇ ਅਸੀਂ ਕਿਹਾ ਸਿਲਾ ਚੁੱਕ ਕੇ ਸਿਰ 'ਤੇ ਰੱਖ। ਤਾਂ ਉਦੋਂ ਦੀ 12 ਸਾਲ ਹੋ ਗਏ ਨੇ ਸਿਲਾ ਆਪਣੇ ਸਿਰ 'ਤੇ ਚੁੱਕ ਕੇ ਰੱਖੀ ਹੈ। ਉਹ ਸ਼ਾਹੂਕਾਰ ਕਹਿੰਦਾ ਮਹਾਰਾਜ ਕਿਰਪਾ ਕਰ ਦਿਓ, ਹੁਣ ਬਖਸ਼ ਦਿਓ, ਕਹਿੰਦਾ ਛੱਡ ਦਿਓ ਇਹਨੂੰ। ਉਹ ਮਾਇਆ ਨੇ ਵੀ ਸ਼ਾਹੂਕਾਰ ਨੂੰ ਬੇਨਤੀ ਕੀਤੀ ਕਿ ਮੈਨੂੰ ਕਿਸੇ ਨਾ ਕਿਸੇ ਤਰੀਕੇ ਸਾਧ ਕੋਲੋਂ ਛਡਾ ਦੇ, ਮੈਂ ਤਾਂ ਫਸ ਗਈ ਇਹਨੂੰ ਕਹਿ ਕੇ। ਸਾਧ ਸੰਗਤ ਜੀ ਉਹ ਸ਼ਾਹੂਕਾਰ ਦੇ ਉੱਤੇ ਕਹਿਣ 'ਤੇ ਫਿਰ ਮਹਾਂਪੁਰਖਾਂ ਨੇ ਉਹ ਜਿਹੜੀ ਸਿਲਾ ਉਹਦੇ ਸਿਰ ਦੇ ਉੱਤੋਂ ਲਾਈ। ਤੋ ਗਰੀਬ ਨਵਾਜ਼ ਜੀ ਕਹਿੰਦੇ ਵਿਖਿਆ ਪੋਹੇ ਨਾ ਸਕਈ। ਸਾਧੂਆਂ ਸੰਤਾਂ ਨੂੰ ਜਿਹੜੀ ਮਾਇਆ ਛਲ ਨਹੀਂ ਸਕਦੀ ਕਿਸੇ ਪ੍ਰਕਾਰ ਵੀ। ਇਹ ਯਤਨ ਤਾਂ ਬੜੇ ਕਰਦੀ ਹੈ ਛਲਣ ਦੇ ਕਿ ਅਸੀਂ ਇਹਨੂੰ ਛਲ ਲਈਏ ਸੰਤ ਨੂੰ। ਇੱਕ ਬਾਬਾ ਆਇਆ ਸਿੰਘ ਜੀ ਹੋਏ ਆ ਸਾਧ ਸੰਗਤ ਜੀ, ਸ਼੍ਰੀ ਅਨੰਦਪੁਰ ਸਾਹਿਬ ਆ ਕੇ ਬੜਾ ਲੰਮਾ ਸਮਾਂ ਰਿਹਾ ਕਰਦੇ ਸਨ, ਬੜੇ ਤਗੜੇ ਮਹਾਂਪੁਰਖ ਹੋਏ। ਤਾਂ ਇੱਕ ਪ੍ਰੇਮੀ ਸੀ ਉਹਨਾਂ ਦੀ ਸੰਗਤ ਦੇ ਵਿੱਚ, ਉਹਨਾਂ ਦੀ ਗੱਦੀ ਚਾਹੁੰਦਾ ਸੀ ਕਿ ਮੈਂ ਇਹਨਾਂ ਦੀ ਉੱਤੇ ਗੱਦੀ ਦੇ ਉੱਤੇ ਬੈਠਾਂ। ਤਾਂ ਸਾਧ ਸੰਗਤ ਜੀ ਉਹਨਾਂ ਦੁੱਧ ਦੇ ਵਿੱਚ ਜ਼ਹਿਰ ਲਿਆ ਕੇ ਮਿਲਾ ਕੇ ਤੇ ਲੈ ਕੇ ਆਇਆ, ਮਹਾਂਪੁਰਖਾਂ ਨੂੰ ਕਹਿੰਦਾ ਸਮੁੰਦਰ ਛਕ ਲਓ ਜੀ। ਤਾਂ ਮਹਾਂਪੁਰਖ ਤਾਂ ਹੁਣ ਅੰਤਰਜਾਮੀ ਸਨ, ਤਾਂ ਹੱਸ ਕੇ ਕਹਿੰਦੇ ਲਿਆ ਭਾਈ ਛਕ ਲੈਂਦੇ ਆ, ਸਮੁੰਦਰ ਹੀ ਹੈ ਨਾ? ਕਹਿੰਦਾ ਜੀ ਹਾਂ ਸਮੁੰਦਰ ਹੈ। ਕਹਿੰਦੇ ਲਿਆ ਛਕ ਲੈਂਦੇ ਆ। ਸਮੁੰਦਰ ਛਕ ਲਿਆ ਤੇ ਹੋਇਆ ਕੁਝ ਨਾ। ਬੜਾ ਹੈਰਾਨ ਹੋਇਆ, ਕਹਿੰਦਾ ਮੈਂ ਤਾਂ ਜ਼ਹਿਰ ਇਹਦੇ ਵਿੱਚ ਪਾਈ ਸੀ ਤੇ ਇਹਨਾਂ ਨੂੰ ਹੋਇਆ ਨਹੀਂ ਕੁਝ।
ਤਾਂ ਥੋੜ੍ਹੇ ਸਮੇਂ ਬਾਅਦ ਫੇਰ ਲੈ ਕੇ ਆ ਗਿਆ ਅਤੇ ਮਹਾਂਪੁਰਖਾਂ ਨੇ ਫੇਰ ਵੇਖਿਆ ਕਿ ਟਲਦਾ ਨਹੀਂ ਹੈ। ਕਹਿੰਦੇ ਕੀ ਹੈ ਭਾਈ? ਕਹਿੰਦਾ ਜੀ ਸਮੁੰਦਰ ਹੈ। ਛਕੋ ਮਹਾਰਾਜ। ਕਹਿੰਦੇ ਲਿਆ ਛਕ ਲੈਂਦੇ ਹਾਂ। ਛਕ ਲਿਆ ਅਤੇ ਕੁਝ ਨਾ ਹੋਇਆ। ਬੜਾ ਹੈਰਾਨ ਹੋਇਆ, ਬੜਾ ਦੁਖੀ ਹੋਇਆ ਹਿਰਦੇ ਵਿੱਚ। ਤੀਜੀ ਵਾਰ ਥੋੜ੍ਹੇ ਸਮੇਂ ਬਾਅਦ ਫਿਰ ਲੈ ਕੇ ਚੱਲ ਗਿਆ ਦੁੱਧ ਵਿੱਚ ਜ਼ਹਿਰ ਪਾ ਕੇ। ਮਹਾਂਪੁਰਖੋ ਛਕੋ ਦੁੱਧ। ਮਹਾਂਪੁਰਖ ਕਹਿੰਦੇ ਕੀ ਹੈ? ਕਹਿੰਦਾ ਜੀ ਦੁੱਧ ਆ। ਤਾਂ ਮਹਾਂਪੁਰਖਾਂ ਨੇ ਜਾਣਿਆ ਕਿ ਹਟਦਾ ਨਹੀਂ ਹੈ, ਟਲਦਾ ਨਹੀਂ। ਮਹਾਰਾਜ ਕਹਿੰਦੇ ਹੈ ਤਾਂ ਦੁੱਧ ਹੀ ਹੈ, ਪਰ ਜੋ ਤੂੰ ਇਹਦੇ ਵਿੱਚ ਮਿਲਾ ਕੇ ਲਿਆਉਣਾ ਹੈ ਨਾ, ਅਸੀਂ ਉਹ ਜਾਣ ਕੇ ਨਹੀਂ ਛਕਦੇ, ਅਸੀਂ ਤਾਂ ਦੁੱਧ ਜਾਣ ਕੇ ਛਕਦੇ ਹਾਂ। ਪਰ ਇਸ ਵਾਰ ਜੋ ਤੂੰ ਇਹਦੇ ਵਿੱਚ ਪਾ ਕੇ ਲਿਆਇਆ, ਅਸੀਂ ਉਹਨੂੰ ਜਾਣ ਕੇ, ਭਾਵ ਜ਼ਹਿਰ ਜਾਣ ਕੇ ਅਸੀਂ ਛਕ ਲੈਂਦੇ ਹਾਂ। ਤਾਂ ਬਾਬਾ ਆਇਆ ਸਿੰਘ ਜੀ ਨੇ ਸਾਧ ਸੰਗਤ ਜੀ ਆਪ ਕਿ ਜ਼ਹਿਰ ਇਹਨੇ ਪਾਇਆ ਵਿੱਚ, ਉਹ ਜਾਣ ਕੇ ਛਕ ਲਿਆ ਅਤੇ ਉਸੇ ਵੇਲੇ ਸਰੀਰ ਜਿਹੜਾ ਛੱਡ ਕੇ ਚੜ੍ਹਾਈ ਕਰ ਗਿਆ ਸਰੀਰ। ਕਹਿਣ ਤੋਂ ਭਾਵ ਆਪਣੀ ਮਰਜ਼ੀ ਦੇ ਨਾਲ। ਉੱਦਾਂ ਮਾਇਆ ਨਹੀਂ ਛੱਲ ਸਕਦੀ, ਉੱਦਾਂ ਵਿਖਿਆ ਜਿਹੜਾ ਜ਼ਹਿਰ ਨਹੀਂ ਮਹਾਂਪੁਰਖਾਂ ਨੂੰ ਛੱਲ ਸਕਦਾ। ਇੱਕ ਸਾਧੂ ਸੀ, ਮਾਇਆ ਉਹਨਾਂ ਦੇ ਕੋਲ ਚੱਲ ਕੇ ਆਈ। ਕਹਿੰਦੀ ਤੁਹਾਨੂੰ ਮੈਂ ਛਲਣਾ ਆ, ਛਲ ਲੈਣਾ ਕਿਸੇ ਦਿਨ ਧੋਖੇ ਦੇ ਨਾਲ। ਉਹ ਸੰਤ ਕਹਿਣ ਲੱਗੇ ਜਾ ਚਲੀ ਜਾ, ਮਾਇਆ ਨਹੀਂ ਸਾਨੂੰ ਕਦੇ ਛਲ ਸਕਦੀ ਪਰਮੇਸ਼ਰ ਦੇ ਭਗਤਾਂ ਨੂੰ। ਕਹਿੰਦੀ ਨਹੀਂ ਮੈਂ ਛਲ ਲੈਣਾ, ਕਹਿੰਦੀ ਤੁਹਾਨੂੰ ਕਿਸੇ ਦਿਨ। ਮਹਾਂਪੁਰਖ ਕਹਿੰਦੇ ਚੱਲ ਠੀਕ ਹੈ, ਵੇਖ ਲਵਾਂਗੇ। ਬਾਹਰ ਸਾਧ ਸੰਗਤ ਜੀ ਨਗਰ ਤੋਂ ਰਿਹਾ ਕਰਦੇ ਸਨ ਕੁਟੀਆ ਪਾ ਕੇ। ਤਾਂ ਇੱਕ ਦਿਨ ਇਹਨੇ ਮਾਇਆ ਨੇ ਇਸਤਰੀ ਦਾ ਸਰੂਪ ਧਾਰਨ ਕੀਤਾ ਅਤੇ ਇਸਤਰੀ ਦਾ ਸਰੂਪ ਧਾਰਨ ਕਰਕੇ ਅਤੇ ਡੇਰੇ ਵਿੱਚ ਸੇਵਾ ਕਰਨ ਵਾਸਤੇ ਆਉਣ ਲੱਗ ਪਈ। ਰੋਜ਼ ਉਹਨੇ ਆਉਣਾ ਅਤੇ ਸੇਵਾ ਕਰਕੇ ਚਲੀ ਜਾਣਾ, ਰੋਜ਼ ਆਉਣਾ ਸੇਵਾ ਕਰਕੇ ਚਲੀ ਜਾਣਾ। ਬੜੀ ਮਹਾਂਪੁਰਖਾਂ ਦੀ ਸੇਵਾ ਕਰਨ ਲੱਗੀ। ਤਾਂ ਇੱਕ ਦਿਨ ਬੜਾ ਮੀਂਹ ਪੈਣ ਲੱਗਾ ਅਤੇ ਕੁਟੀਆ ਦੇ ਵਿੱਚ ਬੈਠੀ ਰਹਿ ਗਈ। ਹਨੇਰਾ ਹੋ ਗਿਆ, ਘਰ ਨੂੰ ਜਾ ਨਾ ਸਕੀ ਅਤੇ ਮਹਾਂਪੁਰਖਾਂ ਨੂੰ ਕਹਿਣ ਲੱਗੀ, ਮਾਇਆ ਦਾ ਰੂਪ ਧਾਰਨ ਕੀਤਾ ਸੀ, ਇਸਤਰੀ ਬਣੀ ਸੀ। ਕਹਿਣ ਲੱਗੀ ਕਿ ਮਹਾਂਪੁਰਖੋ ਇੱਕ ਤਾਂ ਹਨੇਰਾ ਹੋ ਗਿਆ ਆ ਅਤੇ ਤੁਹਾਡੇ ਕੋਲ ਇੱਥੇ ਮੈਂ ਡੇਰੇ ਵਿੱਚ ਰਹਿ ਨਹੀਂ ਸਕਦੀ, ਅਤੇ ਤੁਸੀਂ ਕਿਰਪਾ ਕਰਕੇ ਮੈਨੂੰ ਛੱਡ ਆਓ ਮੇਰੇ ਨਗਰ। ਉਹ ਸਾਧੂ ਕਹਿਣ ਲੱਗਾ ਹੁਣ ਸੰਤ ਪਰਉਪਕਾਰੀ ਹੁੰਦੇ ਆ, ਕਹਿੰਦੇ ਚੱਲ ਕੋਈ ਨਹੀਂ ਛੱਡ ਆਉਂਦੇ ਆ। ਸਾਧ ਸੰਗਤ ਜੀ ਨੂੰ ਛੱਡਣ ਵਾਸਤੇ ਨਗਰ ਦੇ ਵਿੱਚ ਤੁਰ ਪਏ। ਰਾਹ ਦੇ ਵਿੱਚ ਬੜਾ ਭਾਰੀ ਸੂਆ ਆਇਆ। ਤਾਂ ਜਦੋਂ ਸੂਆ ਆਇਆ ਅਤੇ ਕਹਿਣ ਲੱਗੀ, ਕਹਿੰਦੀ ਨਾ ਮੈਂ ਤਾਂ ਕਹਿੰਦੀ ਕਦੇ ਪਾਣੀ ਲੰਘੀ ਨਹੀਂ, ਕਹਿੰਦੀ ਮੈਂ ਨਹੀਂ ਕਹਿੰਦੀ ਇੱਦਾਂ ਲੰਘ ਸਕਦੀ। ਅਤੇ ਉਹ ਮਹਾਂਪੁਰਖ ਕਹਿੰਦੇ ਚੱਲ ਠੀਕ ਆ, ਸਾਡੇ ਮੋਢਿਆਂ ਦੇ ਉੱਤੇ ਬਹਿ ਜਾ। ਸਾਧੂ ਦੇ ਮੋਢਿਆਂ ਦੇ ਉੱਤੇ ਚੜ੍ਹ ਕੇ ਮਾਇਆ ਸਾਧ ਸੰਗਤ ਜੀ ਬਹਿ ਗਏ। ਅਤੇ ਉਹ ਸਾਧੂ ਮਹਾਂਪੁਰਖ ਉਸ ਸੂਏ ਨੂੰ ਪਾਰ ਕਰਨ ਵਾਸਤੇ ਜਦੋਂ ਅੱਧ ਦੇ ਵਿੱਚ ਜਾ ਕੇ ਪੁੱਜੇ ਨਾ, ਬੜਾ ਪਾਣੀ, ਤਾਂ ਇਹਨੇ ਇਸਤਰੀ ਨੇ ਆਪਣਾ ਰੂਪ ਬਦਲ ਕੇ ਅਤੇ ਮਾਇਆ ਦੇ ਰੂਪ ਵਿੱਚ ਆ ਗਈ ਅਤੇ ਮਹਾਂਪੁਰਖਾਂ ਦੇ ਸਿਰ ਦੇ ਉੱਤੇ ਬੈਠੀ। ਕਹਿੰਦੀ ਵੇਖ ਲੈ, ਕਹਿੰਦੀ ਮੈਂ ਤੈਨੂੰ ਆਖਿਆ ਸੀ ਮੈਂ ਤੈਨੂੰ ਛਲ ਲੈਣਾ, ਮੈਂ ਛਲ ਲਿਆ ਕਿ ਨਹੀਂ? ਕਹਿੰਦੀ ਹੁਣ ਤੇਰੇ ਸਿਰ ਤੋਂ ਮੈਂ ਉੱਠਣਾ ਨਹੀਂ, ਤੇਰੇ ਮੋਢਿਆਂ ਤੋਂ ਉਤਰਨਾ ਨਹੀਂ। ਜਦੋਂ ਮਹਾਂਪੁਰਖਾਂ ਚੰਗੀ ਤਰ੍ਹਾਂ ਵੇਖਿਆ ਤਾਂ ਕੋਈ ਪਾਣੀ ਨਹੀਂ, ਕੋਈ ਸੂਆ ਨਹੀਂ, ਕੋਈ ਮੀਂਹ ਨਹੀਂ, ਕੁਝ ਵੀ ਨਹੀਂ। ਤਾਂ ਬੜੇ ਹੈਰਾਨ ਹੋਏ। ਆਪਣੇ ਮੋਢੇ ਤੋਂ ਘੁਮਾ ਕੇ ਥੱਲੇ ਸਿੱਟੀ। ਮਾਇਆ ਨੂੰ ਕਹਿਣ ਲੱਗੇ ਕਿ ਜਾ ਸਾਧੂਆਂ ਸੰਤਾਂ ਨੂੰ ਤੂੰ ਨਹੀਂ ਛਲ ਸਕਦੀ ਕਦੇ, ਤੂੰ ਸਾਡੇ ਮੋਢੇ ਦੇ ਉੱਤੇ ਚੜ੍ਹ ਕੇ ਤਾਂ ਬਹਿ ਗਈ ਪਰ ਛਲ ਤਾਂ ਨਹੀਂ ਸਕੀ ਕਿਸੇ ਪ੍ਰਕਾਰ, ਤੂੰ ਜਾ ਸਾਡੇ ਉੱਤੇ ਪ੍ਰਭਾਵ ਨਹੀਂ ਆਪਣਾ ਪਾ ਸਕਦੀ। ਇਵੇਂ ਦੇ ਸਾਧ ਸੰਗਤ ਜੀ ਸਾਧੂ ਮਹਾਂਪੁਰਖ ਜਿਹੜੇ ਮਿਲੇ ਹੋਏ ਹਨ, ਮਹਾਰਾਜ ਜੀ ਕਹਿੰਦੇ ਵਿਖਿਆ ਪੋਹ ਨਾ ਸਕਈ। ਭਾਈ ਵਿਸ਼ਿਆਂ ਦੀ ਜ਼ਹਿਰ ਵਿਸ਼ੇ ਉਹਨਾਂ ਨੂੰ ਕਦੇ ਪੋਹ ਨਹੀਂ ਸਕਦੇ, ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਵਾਰੀ ਨਾਮ ਦਾ ਵਾਸਾ ਹੋ ਜਾਂਦਾ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹੁ। ਜਿਹੜੇ ਸਾਧ ਸੰਗਤ ਜੀ ਸੱਚੀ ਪ੍ਰੀਤੀ ਦੇ ਵਿੱਚ, ਸੱਚੇ ਪ੍ਰੇਮ ਦੇ ਵਿੱਚ ਸਮਾ ਗਏ ਹਨ, ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਜਿਨ੍ਹਾਂ ਨੂੰ ਲੱਗ ਗਿਆ, ਜਿਹੜੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਰਲ ਮਿਲ ਗਏ ਹਨ। ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਜਲ ਤੇ ਉਪਜ ਤਰੰਗ, ਜੋ ਜਲ ਹੀ ਵਿਖੈ ਸਮਾਹੇ। ਜਿਵੇਂ ਜਲ ਦੇ ਵਿੱਚੋਂ ਤਰੰਗ ਉੱਠ ਕਰਕੇ ਫੇਰ ਉਹਦੇ ਵਿੱਚ ਹੀ ਸਮਾ ਜਾਂਦੀ ਹੈ ਨਾ, ਸਾਧੂਆਂ ਦੀ ਜਿਹੜੀ ਰੀਤੀ ਐਸੀ ਹੁੰਦੀ ਹੈ। ਤੋ ਮਹਾਰਾਜ ਜੀ ਕਹਿੰਦੇ ਸੱਚੀ ਪ੍ਰੀਤ ਸਮਾਹੋ, ਜਿਹੜੇ ਸੱਚੇ ਪ੍ਰੀਤੀ ਪ੍ਰੇਮ ਦੇ ਵਿੱਚ ਸਮਾਏ ਹੋਏ ਹਨ। ਜਹ ਤੇ ਉਪਜੀ ਤਹ ਮਿਲੀ, ਉਹਨਾਂ ਦੀ ਬਿਰਤੀ ਜਿੱਥੋਂ ਪੈਦਾ ਹੋਈ ਹੁੰਦੀ ਹੈ। ਭਾਵ ਪਰਮੇਸ਼ਰ ਨੇ ਸਾਧ ਸੰਗਤ ਜੀ ਮਨੁੱਖ ਨੂੰ ਪੈਦਾ ਕੀਤਾ ਕਿ ਜਿਹੜੀ ਆਪਣੀ ਬਿਰਤੀ ਆ ਪਰਮੇਸ਼ਰ ਦੇ ਸਾਡੇ ਚਰਨਾਂ ਵਿੱਚ ਲਾ ਕੇ ਰੱਖੀ, ਨਾਮ ਦੇ ਚਰਨਾਂ ਵਿੱਚ ਲਾ ਕੇ ਰੱਖੀ। ਪਰ ਕਲਯੁਗੀ ਜੀਵ ਆਪਣੀ ਬਿਰਤੀ ਨੂੰ ਸਾਧ ਸੰਗਤ ਜੀ ਹੋਰ ਇਹ ਧੰਦਿਆਂ ਦੇ ਵਿੱਚ ਲਾ ਕੇ ਰੱਖਦਾ ਆ, ਹੋਰ ਹੀ ਮਾਇਆ ਦੇ ਵਿੱਚ ਲਾ ਕੇ, ਵਿਸ਼ਿਆਂ ਦੇ ਵਿੱਚ ਲਾ ਕੇ ਰੱਖਦਾ ਆ।
ਤੋ ਮਹਾਰਾਜ ਜੀ ਕਹਿੰਦੇ ਸਾਧੂਆਂ ਸੰਤਾਂ ਦੀ ਬਿਰਤੀ ਜਿਹੜੀ ਜਿੱਥੋਂ ਪੈਦਾ ਹੋਈ ਹੁੰਦੀ ਤਹਿ ਮਿਲੀ, ਉੱਥੇ ਹੀ ਜਾ ਕੇ ਭਾਵ ਪਰਮੇਸ਼ਰ ਦੇ ਚਰਨਾਂ ਵਿੱਚ ਮਿਲ ਜਾਂਦੀ ਹੈ। ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆਹੂ। ਉਹਨਾਂ ਨੇ ਆਪਣੀ ਬਿਰਤੀ ਫੜ ਕਰਕੇ ਸਾਧ ਸੰਗਤ ਜੀ ਪਰਮੇਸ਼ਰ ਦੇ ਚਰਨਾਂ ਵਿੱਚ ਲਾ ਲਈ ਹੈ, ਪ੍ਰਭੂ ਵਾਹਿਗੁਰੂ ਦੇ ਚਰਨਾਂ ਵਿੱਚ ਲਾ ਲਈ ਹੈ, ਬਹੁੜ ਨਾ ਵਿਛੜਿਆਹੂ। ਫਿਰ ਉਹ ਪ੍ਰਭੂ ਪਰਮੇਸ਼ਰ ਤੋਂ ਦੁਆਰਾ ਕਦੇ ਵਿਛੜਦੇ ਨਹੀਂ ਹਨ। ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹੂ। ਉਹ ਤਾਂ ਇਹੀ ਕਹਿੰਦੇ ਬਾਰ ਨੇ ਬਲਿਹਾਰ ਨੇ ਲੱਖ ਬਰੀਆ, ਬਾਰ ਜਾਓ ਲਖ ਬੇਰੀਆ। ਉਹ ਬਾਰ-ਬਾਰ ਇਹੀ ਕਹਿੰਦੇ ਹਰ ਸੱਜਣ ਅਗਮ ਅਗਾਹੋ, ਜਿਹੜਾ ਅਗੰਮ ਹੈ ਮਨ ਦੀ ਗਮਤਾ ਤੋਂ ਰਹਿਤ ਹੈ, ਅਗਾਹੋ ਫਿਰ ਫੜਨ ਤੋਂ ਰਹਿਤ ਆ। ਤੋ ਸਾਧ ਸੰਗਤ ਜੀ ਉਹ ਕਹਿੰਦੇ ਬਾਰ ਜਾਓ ਲੱਖ ਬੇਰੀਆ, ਅਸੀਂ ਲੱਖ ਬਾਰ ਪਰਮੇਸ਼ਰ ਤੋਂ ਬਲਿਹਾਰ ਬਲਿਹਾਰ ਜਾਣੇ ਹਾਂ, ਆਪਣੇ ਗੁਰੂ ਤੋਂ ਲੱਖ ਬਾਰ ਬਲਿਹਾਰ ਬਲਿਹਾਰ ਜਾਣੇ ਹਾਂ। ਸਰਮ ਪਈ ਨਾਰਾਇਣੈ ਨਾਨਕ ਦਰ ਪਈਆਹੂ। ਜਿਹੜੇ ਮਹਾਰਾਜ ਦੇ ਦਰ ਤੇ ਪੈ ਜਾਂਦੇ ਨਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹੜੇ ਵਾਹਿਗੁਰੂ ਦੇ ਦਰ ਦੇ ਦਰਵਾਜ਼ੇ ਦੇ ਉੱਤੇ ਜਾ ਕੇ ਪੈ ਜਾਂਦੇ ਆ, ਲੰਮੇ ਪੈ ਜਾਂਦੇ, ਡਿੱਗ ਜਾਂਦੇ, ਢਹਿ ਪੈਂਦੇ ਆ, ਸਤਿਗੁਰੂ ਜੀ ਕਹਿੰਦੇ ਸਰਮ ਪਈ ਨਾਰਾਇਣ ਹੈ। ਨਾਰਾਇਣ ਹੈ ਜਿਹੜਾ ਨਰਾਂ ਨਰਾਂ ਦੇ ਵਿੱਚ ਆਇਆ ਹੋਇਆ ਪਰਮੇਸ਼ਰ ਹੈ ਨਾ, ਜਿਹਦੇ ਵਿੱਚ ਅਵਿਦਿਆ ਰੂਪੀ ਰਾਤ ਨਹੀਂ, ਉਹਨੂੰ ਸਾਧ ਸੰਗਤ ਜੀ ਉਹਨਾਂ ਦੀ ਸ਼ਰਮ ਆ ਜਾਂਦੀ ਹੈ, ਜਿਹੜੇ ਉਹਦੇ ਦਰ ਦੇ ਉੱਤੇ ਡਿੱਗੇ ਹੁੰਦੇ ਹਨ, ਜਿਹੜੇ ਉਹਦੇ ਦਰ ਦੇ ਉੱਤੇ ਆ ਕੇ ਡਿੱਗਦੇ ਨਾ, ਗੁਰੂ ਦੇ ਚਰਨਾਂ ਵਿੱਚ ਆ ਕੇ ਡਿੱਗਦੇ ਹੈ, ਪਰਮੇਸ਼ਰ ਨੂੰ ਉਹਨਾਂ ਡਿੱਗੇ ਹੋਏ ਜਗਿਆਸੂਆਂ ਦੀ, ਡਿੱਗੇ ਹੋਏ ਸਿੱਖਾਂ ਦੀ ਲੱਜਾ ਆ ਜਾਂਦੀ ਹੈ, ਸ਼ਰਮ ਆ ਜਾਂਦੀ ਹੈ। ਕਿਉਂਕਿ ਪਰਮੇਸ਼ਰ ਦਾ ਸੁਭਾਅ ਹੈ ਸਾਧ ਸੰਗਤ ਜੀ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਇਹ ਬਿਰਧ ਸੁਭਾਅ ਆ ਮਹਾਰਾਜ ਦਾ, ਕਿ ਜਿਹੜਾ ਚੱਲ ਕੇ ਸ਼ਰਨ ਦੇ ਵਿੱਚ ਆਉਂਦਾ ਹੈ ਨਾ, ਮਹਾਰਾਜ ਉਹਨੂੰ ਆਪਣੇ ਗਲੇ ਦੇ ਨਾਲ ਲਾ ਲੈਂਦੇ ਆ, ਕੰਠ ਦੇ ਨਾਲ ਲਾ ਲੈਂਦੇ ਆ। ਸੁਭਾਅ ਹੈ ਮਹਾਰਾਜ ਦਾ ਕਿ ਭਾਵੇਂ ਮਹਾਰਾਜ ਦਾ ਸਿੱਖ ਹੋਵੇ, ਅੰਮ੍ਰਿਤ ਛਕਿਆ ਹੋਵੇ, ਮੜੀਆਂ ਮਸਾਣਾਂ 'ਤੇ ਜਾਂਦਾ ਹੋਵੇ, ਮੜੀਆਂ ਮਸਾਣਾਂ 'ਤੇ ਵੀ ਜਾਂਦਾ ਹੋਵੇ, ਦੀਵੇ ਵੀ ਬਾਲਦਾ ਹੋਵੇ, ਪੱਥਰਾਂ ਦੀ ਪੂਜਾ ਵੀ ਕਰਦਾ ਹੋਵੇ, ਹੋਰ ਜਿਹੜੇ ਜਿਨ੍ਹਾਂ ਨੂੰ ਪੰਜਾਂ ਪਿਆਰਿਆਂ ਨੇ ਮੰਨਣ ਤੋਂ ਨਾ ਦਿੱਤਾ ਆ, ਨਾ ਦਿੱਤੀ ਹੈ, ਗੰਗੂ ਸ਼ਾਹੀਏ ਵਡਭਾਗ ਸਿੰਘ ਵਾਲੇ, ਜੇ ਇਹਨਾਂ ਨੂੰ ਵੀ ਮੰਨਦਾ ਹੋਵੇ, ਪਰ ਫਿਰ ਵੀ ਆ ਕੇ ਮਹਾਰਾਜ ਦੀ ਸ਼ਰਨ ਵਿੱਚ ਮੱਥਾ ਟੇਕੇ ਤਾਂ ਮਹਾਰਾਜ ਨੂੰ ਲਾਜ ਹੁੰਦੀ ਹੈ ਉਸ ਸਿੱਖ ਦੀ ਕਿ ਸਾਡਾ ਸਿੱਖ ਹੈ ਗਲਤ ਰਾਹ ਪੈ ਗਿਆ, ਅਸੀਂ ਇਹਨੂੰ ਸਿੱਧੇ ਰਾਹ ਪਾਉਣਾ ਆ। ਮਹਾਰਾਜ ਜੀ ਫਿਰ ਵੀ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਆਖੇ ਹੈ ਕਿ ਜਿਹੜਾ ਸਿੱਖ ਇੱਕ ਵਾਰੀ ਸਾਡਾ ਅੰਮ੍ਰਿਤ ਛਕ ਲਵੇ ਨਾ, ਜਿਹਦੇ ਗਲ ਦੇ ਵਿੱਚੋਂ ਅੰਮ੍ਰਿਤ ਦਾ ਚੂੜਾ ਇੱਕ ਵਾਰੀ ਲੰਘ ਗਿਆ ਆ, ਉਹ ਭਾਵੇਂ ਮੁੜ ਕੇ ਅੰਮ੍ਰਿਤ ਛੱਡ ਵੀ ਦੇਵੇ, ਭਾਵੇਂ ਗਾਤਰਾ ਲਾਹ ਵੀ ਦੇਵੇ। ਮਹਾਰਾਜ ਜੀ ਕਹਿੰਦੇ ਜਦੋਂ ਮਰ ਕੇ ਨਰਕਾਂ ਦੇ ਵਿੱਚ ਪੈਂਦਾ ਹੈ ਨਾ, ਅਸੀਂ ਉਹਨੂੰ ਕੇਸਾਂ ਦੀ ਪਛਾਣ ਕਰਕੇ ਕੇਸਾਂ ਤੋਂ ਫੜ ਕੇ ਫਿਰ ਕੱਢ ਲੈਂਦੇ ਹਾਂ ਵੀ ਸਾਡਾ ਸਿੱਖ ਹੈ, ਚਲੋ ਕੋਈ ਗੱਲ ਨਹੀਂ, ਭੁੱਲ ਗਿਆ ਸੀ, ਹੁਣ ਫਿਰ ਇਹਨੂੰ ਜਨਮ ਦੇ ਦਿੰਦੇ ਹਾਂ। ਸਾਧ ਸੰਗਤ ਜੀ ਕੇਸਾਂ ਤੋਂ ਫੜ ਕੇ ਧੰਨ ਕਲਗੀਧਰ ਪਾਤਸ਼ਾਹ ਜੀ ਕੱਢ ਲੈਂਦੇ ਆ ਫਿਰ, ਅਤੇ ਅਸੀਂ ਤਾਂ ਜਿਉਂਦੇ ਜਾਗਦੇ ਹਾਂ, ਸਾਨੂੰ ਤਾਂ ਸਾਰਾ ਕੁਝ ਪਤਾ, ਅਤੇ ਅਸੀਂ ਕਾਹਤੇ ਨਰਕਾਂ 'ਚ ਪਈਏ ਜਾ ਕੇ। ਮਹਾਰਾਜ ਦੇ ਬਚਨ ਕਿਉਂ ਨਾ ਮੰਨੀਏ? ਮਹਾਰਾਜ ਜੀ ਜਿਹੜੇ ਬਚਨ ਕਰਦੇ ਉਹ ਮੰਨਣੇ ਚਾਹੀਦੇ ਆ ਗਰੀਬ ਨਵਾਜ ਦੇ। ਸਤਿਗੁਰੂ ਗਰੀਬ ਨਵਾਜ ਜੀ ਦਾ ਅੰਮ੍ਰਿਤ ਜਿਹੜਾ ਸਾਧ ਸੰਗਤ ਜੀ ਮ੍ਰਿਤੂ ਤੋਂ ਰਹਿਤ ਕਰਨ ਵਾਲਾ, ਮੌਤ ਤੋਂ ਰਹਿਤ ਕਰਨ ਵਾਲਾ, ਮੌਤ ਦੇ ਡਰ ਤੋਂ ਰਹਿਤ ਕਰਨ ਵਾਲਾ, ਜਿਹੜਾ ਇਸ ਅੰਮ੍ਰਿਤ ਨੂੰ ਇੱਕ ਵਾਰੀ ਛਕ ਲੈਂਦਾ ਹੈ ਨਾ, ਧੰਨ ਕਲਗੀਧਰ ਪਾਤਸ਼ਾਹ ਉਹਨੂੰ ਮੁੜ ਕੇ 84 ਲੱਖ ਜੂਨ ਦੇ ਵਿੱਚ ਨਹੀਂ ਪੈਣ ਦਿੰਦੇ। ਮਹਾਰਾਜ ਆਪਣੇ ਸਿੱਖ ਨੂੰ 10 ਜਨਮ ਦਿੰਦੇ ਆ, 10 ਜਨਮ, ਭਾਵੇਂ ਜਿੰਨੇ ਮਰਜ਼ੀ ਸਾਧ ਸੰਗਤ ਜੀ ਗਲਤ ਕੰਮ ਕਰਦਾ ਹੋਵੇ, ਅੰਮ੍ਰਿਤ ਛਕ ਕੇ ਭਾਵੇਂ ਬਾਣੀ ਵੀ ਨਾ ਪੜ੍ਹੀ ਹੋਵੇ, ਪਰ ਫਿਰ ਵੀ ਮਹਾਰਾਜ ਜੀ ਮਨੁੱਖਾ ਜਨਮ ਵਾਰ-ਵਾਰ ਦਿੰਦੇ ਆ ਕਿ ਸਾਡਾ ਅੰਮ੍ਰਿਤ ਇਹਨੇ ਛਕਿਆ ਸੀ ਅਤੇ ਕਿਸੇ ਨਾ ਕਿਸੇ ਪ੍ਰਕਾਰ ਇਹ ਪਰਮੇਸ਼ਰ ਦੇ ਵਿੱਚ ਜਾ ਕੇ ਜੁੜ ਜਾਵੇ। ਤਾਂ ਗਰੀਬ ਨਵਾਜ ਜੀ ਕਹਿੰਦੇ ਸਰਮ ਪਈ ਨਾਰਾਇਣ ਹੈ ਨਾਨਕ ਦਰ ਪਈਆਹੂ। ਭਾਈ ਜਿਹੜੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਦਰ 'ਤੇ ਆ ਕੇ ਪੈ ਜਾਂਦੇ ਹੈ ਨਾ, ਗੁਰੂ ਨਾਨਕ ਦੇ ਮਹਾਰਾਜ ਨੂੰ ਉਹਨਾਂ ਦੀ ਲੱਜਾ ਹੋ ਜਾਂਦੀ ਹੈ, ਉਹਨਾਂ ਦੀ ਸ਼ਰਮ ਹੋ ਜਾਂਦੀ ਹੈ ਕਿ ਸਾਡੇ ਦਰ 'ਤੇ ਆ ਕੇ ਪਏ ਹੈ, ਅਸੀਂ ਇਹਨਾਂ ਦੇ ਕਾਰਜ ਸਵਾਰਨੇ ਆ। ਭਗਤ ਕਬੀਰ ਸਾਹਿਬ ਜੀ ਨੇ ਸਾਧ ਸੰਗਤ ਜੀ ਇਹ ਬਚਨ ਲਿਖਿਆ ਹੈ ਕਿ ਜੇ ਪਰਮੇਸ਼ਰ ਦੇ ਦਰਵਾਜ਼ੇ ਉੱਤੇ ਡਿੱਗੇ ਰਹੀਏ ਨਾ, ਪਰਮੇਸ਼ਰ ਦੇ ਦਰ 'ਤੇ ਆ ਕੇ ਬਾਰ-ਬਾਰ ਮੰਗੀ ਜਾਈਏ,
ਮਹਾਰਾਜ ਦੇ ਚਰਨਾਂ ਵਿੱਚ ਡਿੱਗੇ ਰਹੀਏ ਤਾਂ ਇੱਕ ਨਾ ਇੱਕ ਦਿਨ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਜਦੋਂ ਆਪਣੇ ਸੇਵਕਾਂ ਦਾ ਤਾਂ ਹੀ ਪੁੱਛਦਾ ਕਿ ਆਹ ਸਾਡੇ ਦਰਵਾਜ਼ੇ ਦੇ ਉੱਤੇ ਕੌਣ ਡਿੱਗਿਆ ਪਿਆ। ਸੇਵਕ ਦੱਸਦੇ ਆ ਮਹਾਰਾਜ ਜੀ ਫਲਾਨਾ ਸਿੱਖ ਡਿੱਗਿਆ ਪਿਆ। ਤਾਂ ਮਹਾਰਾਜ ਜੀ ਉਸ ਵੇਲੇ ਜਾਣ ਕਰਕੇ ਸਾਧ ਸੰਗਤ ਜੀ ਡਿੱਗਿਆ ਹੋਇਆਂ ਨੂੰ ਵੀ ਚੁੱਕ ਲੈਂਦੇ ਆ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਸਾਧ ਸੰਗਤ ਜੀ ਸਿਧਾਂਤ ਹੀ ਇਹ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਡਿੱਗਿਆ ਹੋਇਆਂ ਨੂੰ ਚੁੱਕਦੇ ਆ ਗਰੀਬ ਨਵਾਜ। ਗਰੀਬ ਨਵਾਜ ਅਸੀਂ ਸ਼ਬਦ ਤਾਂ ਹੀ ਵਰਤਦੇ ਹਨ ਕਿ ਗਰੀਬਾਂ ਨੂੰ ਨਿਵਾਜਣ ਵਾਲੇ। ਦਇਆ ਦੇ ਘਰ ਵਿੱਚ ਸਤਿਗੁਰੂ ਜੀ ਆ ਕੇ ਗਰੀਬਾਂ ਨੂੰ ਵੀ ਨਿਵਾਜ ਦਿੰਦੇ ਆ। ਮਹਾਰਾਜ ਜੀ ਨੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਹੈ ਨਾ ਕਿ ਅਸੀਂ ਗਰੀਬਾਂ ਨੂੰ ਭਾਈ ਸਿੱਖ ਬਣਾਉਣਾ ਆ ਅਤੇ ਇਹਨਾਂ ਗਰੀਬਾਂ ਦੇ ਤਾਂ ਹੀ ਅਸੀਂ ਰਾਜੇ ਬਣਾਉਣਾ ਆ, ਪਾਤਸ਼ਾਹੀ ਇਹਨਾਂ ਨੂੰ ਬਖਸ਼ਣੀ ਹੈ ਇਹਨਾਂ ਗਰੀਬਾਂ ਸਿੱਖਾਂ ਨੂੰ। ਤੋ ਸਾਧ ਸੰਗਤ ਜੀ ਮਹਾਰਾਜ ਨੇ ਪਾਤਸ਼ਾਹੀਆਂ ਬਖਸ਼ੀਆਂ ਵੀ ਹਨ। ਤੋ ਐਸਾ ਜਿਹੜਾ ਦਰ ਹੈ ਸਾਧ ਸੰਗਤ ਜੀ, ਜਿਹ ਦਰ ਆਵਤ ਜਾਤੇ ਹੋ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਜਿਹੜਾ ਐਸਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਦਰ ਹੈ ਸਾਧ ਸੰਗਤ ਜੀ, ਛੱਡ ਕੇ ਜਾਣਾ ਕਾਹਨੂੰ। ਮੜੀਆਂ ਮਸਾਣਾ 'ਤੇ ਕੀ ਲੈਣ ਜਾਣਾ ਆ ਜਿਹਦਾ ਦਰ ਹੀ ਐਡਾ ਵੱਡਾ ਆ। ਭਗਤ ਕਬੀਰ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਬਚਨ ਕੀਤੇ ਆ, ਜਾ ਕਾ ਠਾਕਰ ਉੱਚਾ ਹੋਈ ਸੋ ਜਨ ਪਾਰ ਘਰ ਜਾਤ ਨਾ ਸੋਹੀ। ਕਹਿੰਦੇ ਜਿਹਦਾ ਪਰਮੇਸ਼ਰ ਵਾਹਿਗੁਰੂ ਦਾ ਦਰ ਐਡਾ ਉੱਚਾ ਆ ਕਿ ਉਹ ਐਡੀਆਂ ਦਾਤਾਂ ਦੇਣ ਵਾਲਾ ਆ। ਉਸ ਵਾਹਿਗੁਰੂ ਦਾ, ਉਸ ਗੁਰੂ ਦਾ ਸਿੱਖ ਛੋਟੇ ਦਰਾਂ ਦੇ ਉੱਤੇ ਜਾ ਕੇ ਮੰਗਦਾ ਸੋਭਾ ਨਹੀਂ ਪਾਉਂਦਾ। ਉਹ ਕਿਸੇ ਪ੍ਰਕਾਰ ਸੋਭਦਾ ਨਹੀਂ ਹੈਗਾ ਕਿ ਐਡੇ ਵੱਡੇ ਦਰ ਨੂੰ ਛੱਡ ਕੇ, ਐਡੇ ਵੱਡੇ ਗੁਰੂ ਦਾ ਲੜ ਛੱਡ ਕੇ, ਜਿਸ ਗੁਰੂ ਨੇ, ਜਿਸ ਕਲਗੀਧਰ ਪਾਤਸ਼ਾਹ ਜੀ ਨੇ ਸਾਰਾ ਸਰਬੰਸ ਪਹਿਲਾਂ ਆਪਣਾ ਪਿਤਾ ਤੋਰਿਆ ਫਿਰ ਪੁੱਤਰ ਤੋਰੇ, ਐਸੇ ਗੁਰੂ ਨੂੰ ਛੱਡ ਕੇ ਸਾਧ ਸੰਗਤ ਜੀ ਹੋਰ ਗੁਰੂ ਕੀ ਕਰ ਸਕਦਾ ਆਪਣੇ ਸਿੱਖ ਵਾਸਤੇ। ਇਹ ਤੇ ਪਰੋਂ ਇਸ ਤੋਂ ਪਰੇ ਹੁਣ ਕਿਹੜਾ ਐਡਾ ਗੁਰੂ ਹੈ ਜਿਹੜਾ ਸਾਧ ਸੰਗਤ ਜੀ ਸਾਰਾ ਸਰਬੰਸ ਆਪਣੇ ਚੇਲਿਆਂ ਤੋਂ ਵਾਰ ਦੇਵੇ। ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਉਹ ਸਾਧ ਸੰਗਤ ਜੀ ਇੱਕੋ ਇੱਕ ਪ੍ਰਗਟ ਹੋਏ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਉਹਨਾਂ ਵਰਗਾ ਗੁਰੂ ਨਹੀਂ ਸਾਧ ਸੰਗਤ ਜੀ ਕਦੇ ਵੀ ਲੱਭਣਾ। ਨਾ ਤਾਂ ਪਿੱਛੇ ਹੈ, ਪਿੱਛੇ ਸੀ ਅਤੇ ਨਾ ਹੁਣ ਹੈ ਅਤੇ ਨਾ ਅੱਗੇ ਨੂੰ ਹੋਵੇਗਾ। ਐਸੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਜਿਹੜੇ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਪੈਂਦੇ ਆ ਉਹਨਾਂ ਦੀ ਲੱਜਾ ਰੱਖਦੇ ਆ। ਭੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ। ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਪੋਹ ਦਾ ਮਹੀਨਾ ਇਹ ਤਾਂ ਹੀ ਸੁਹੰਦਾ ਸੋਭਨੀਕ ਹੈ, ਤਾਂ ਹੀ ਸੁਭਾਏਮਾਨ ਹੈ, ਸ਼ੋਭਾ ਵਾਲਾ ਹੈ। ਭੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹੁ। ਵੇ ਪ੍ਰਵਾਹ ਜਿਹੜਾ ਪਰਮੇਸ਼ਰ ਹੈ ਜਿਹਨੂੰ ਬਖਸ਼ ਲਵੇ, ਜਿਹਨੂੰ ਆਪਣੇ ਚਰਨਾਂ ਦੇ ਵਿੱਚ ਲਾ ਲਵੇ, ਜਿਹਨੂੰ ਨਾਮ ਦੀ ਦਾਤ ਦੇ ਦੇਵੇ, ਬਾਣੀ ਦੀ ਦਾਤ ਦੇ ਦੇਵੇ। ਮਹਾਰਾਜ ਜੀ ਕਹਿੰਦੇ ਉਹਦੇ ਵਾਸਤੇ ਪੋਹ ਦਾ ਮਹੀਨਾ, ਪੋਹ ਦੇ ਮਹੀਨੇ ਵਿੱਚ ਸਾਰੇ ਸੁੱਖ ਮਿਲਣਗੇ। ਉਹਦੇ ਵਾਸਤੇ ਪੋਹ ਦਾ ਮਹੀਨਾ ਸੁੱਖਾਂ ਭਰਿਆ ਹੈ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਧ ਸੰਗਤ ਜੀ ਪਾਵਨ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਆਪ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆ ਜਿਹੜਾ ਸ਼ਹੀਦੀ ਹਫ਼ਤਾ ਸ਼ੁਰੂ ਹੋ ਚੁੱਕਾ ਹੈ, ਹਰੇਕ ਸਾਲ ਸਾਧ ਸੰਗਤ ਜੀ ਅਸੀਂ ਇਹ ਸ਼ਹੀਦੀ ਹਫ਼ਤਾ ਮਨਾਉਂਦੇ ਹਾਂ। ਕਈ ਨਗਰਾਂ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਬੜੇ ਵੱਡੇ ਸਮਾਗਮ ਰੱਖ ਕੇ ਮਨਾਇਆ ਜਾਂਦਾ। ਕਿੰਨੇ ਸਾਲ ਹੋ ਗਏ ਸਾਧ ਸੰਗਤ ਜੀ ਸ਼ਹੀਦੀ ਹਫ਼ਤੇ ਮਨਾਉਂਦਿਆਂ ਨੂੰ, ਪਰ ਆਪਾਂ ਆਪਣੇ ਉੱਤੇ ਵੇਖੀਏ ਕਿ 20 ਸਾਲ ਹੋ ਗਏ ਸਾਨੂੰ ਗੁਰੂ ਘਰ ਆਉਂਦਿਆਂ ਨੂੰ, ਕਿ ਸਾਡੇ ਉੱਤੇ ਇਹਨਾਂ ਸ਼ਹੀਦੀ ਹਫ਼ਤਿਆਂ ਦਾ ਕੋਈ ਅਸਰ ਪਿਆ ਹੈ ਕਿ ਨਹੀਂ। ਇਹਨਾਂ ਸ਼ਹੀਦੀਆਂ ਦਾ ਅਸਰ ਸਾਡੇ ਉੱਤੇ ਪਿਆ ਹੈ। ਅਸੀਂ ਮਹਾਰਾਜ ਦਾ ਅੰਮ੍ਰਿਤ ਛਕਿਆ ਹੈ, ਅਸੀਂ ਮਹਾਰਾਜ ਦੀ ਬਾਣੀ ਪੜ੍ਹਨ ਲੱਗੇ ਹਾਂ। ਇਹਨਾਂ ਸ਼ਹੀਦੀਆਂ ਦਾ ਸਾਧ ਸੰਗਤ ਜੀ ਮਤਲਬ ਤਾਂ ਇਹੀ ਸੀ ਵੀ ਜਿਹੜਾ ਸਿੱਖ ਹੈ ਆਪਣੇ ਗੁਰੂ ਦੇ ਨਾਲ ਜੁੜੇ, ਸਿੱਖੀ ਦਾ ਸਿਧਾਂਤ ਸਿੱਖੇ। ਪਰ ਸਾਧ ਸੰਗਤ ਜੀ ਅੱਜ ਕੱਲ੍ਹ ਤਾਂ ਇਹੀ ਹੈ ਕਿ ਸਮਾਗਮ ਕਰ ਲਿਆ, ਸ਼ਹੀਦੀ ਹਫ਼ਤੇ ਮਨਾ ਲਏ, ਪ੍ਰਕਾਸ਼ ਦਿਹਾੜੇ ਮਨਾ ਲਏ, ਪਰ ਸਿੱਖਿਆ ਉਹਨਾਂ ਤੋਂ ਕੋਈ ਨਾ ਪ੍ਰਾਪਤ ਕੀਤੀ। ਕਿੰਨੇ ਸਾਲ ਹੋ ਗਏ, ਕਈ ਕਮੇਟੀਆਂ ਦੇ ਪ੍ਰਧਾਨ ਹੀ ਸਾਧ ਸੰਗਤ ਜੀ ਐਸੇ ਜਿਨ੍ਹਾਂ ਨੇ ਅੰਮ੍ਰਿਤ ਵੀ ਨਹੀਂ ਛਕਿਆ ਹਜੇ ਤੱਕ। ਸਾਰੇ ਸਮਾਗਮ ਵੀ ਮਨਾਉਂਦੇ ਹੈ, ਕਿੰਨੇ ਸਾਲ ਸਾਰਾ ਕੁਝ ਪ੍ਰਕਾਸ਼ ਦਿਹਾੜੇ, ਸ਼ਹੀਦੀ ਦਿਹਾੜੇ ਮਨਾਉਂਦੇ ਹੈ, ਪਰ ਹਜੇ ਤੱਕ ਅੰਮ੍ਰਿਤ ਨਹੀਂ ਛਕਿਆ। ਹਜੇ ਤੱਕ ਦਾੜ੍ਹੀਆਂ ਰੰਗਦੇ ਆ, ਹਜੇ ਤੱਕ ਦਾੜ੍ਹੀਆਂ ਬੰਨ੍ਹ ਕੇ ਗੁਰੂ ਘਰ ਆਉਂਦੇ ਆ।
ਕਲਗੀਧਰ ਪਾਤਸ਼ਾਹ ਜੀ ਨੇ ਤਾਂ ਆਖਿਆ ਸਾਡਾ ਸਿੱਖ ਹੀ ਉਹ ਹੈ ਭਾਈ ਜਿਹਦੇ ਗਲ ਗਾਤਰਾ ਹੋਵੇ, 5 ਕਕਾਰਾਂ ਦਾ ਧਾਰਨੀ ਹੋਵੇ, 7 ਬਾਣੀਆਂ ਦਾ ਨਿਤਨੇਮੀ ਹੋਵੇ। ਤੋ ਸਾਧ ਸੰਗਤ ਜੀ ਇਹ ਸ਼ਹੀਦੀ ਹਫ਼ਤੇ ਮਹਾਰਾਜ ਜੀ ਦੇ ਪ੍ਰਾਰੰਭ ਹੋਏ ਹੈ। ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਮਹਾਰਾਜ ਜੀ ਕਿਰਪਾ ਕਰੋ, ਤੁਸੀਂ ਆਪਣਾ ਸਰਬੰਸ ਵਾਰਿਆ, ਸਾਨੂੰ ਮਹਾਰਾਜ ਜੀ ਵੱਧ ਤੋਂ ਵੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰੋ। ਸਾਧ ਸੰਗਤ ਜੀ ਜ਼ਿਆਦੇ ਨਹੀਂ ਜ਼ਿਆਦੇ ਤਾਂ ਇੱਕ ਸੁਖਮਨੀ ਸਾਹਿਬ ਜੀ ਦੀ ਬਾਣੀ ਨਾਲ ਸ਼ਹੀਦਾਂ ਦੇ ਪ੍ਰਤੀ ਰੋਜ਼ ਇੱਕ ਪਾਠ ਕੀਤਾ ਜਾਵੇ। ਚੌਪਈ ਸਾਹਿਬ ਦੇ ਪਾਠ ਪੜ੍ਹੇ ਜਾਣ ਤਾਂ ਕਿ ਸਾਡਾ ਵੀ ਜੀਵਨ ਸਫਲਾ ਹੋਵੇ। ਇਹਨਾਂ ਸ਼ਹੀਦਾਂ ਦੇ ਜੀਵਨ ਤੋਂ ਸਾਨੂੰ ਵੀ ਸਿੱਖਿਆ ਮਿਲੇ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਹਾਰਾਜ ਜੀ ਦੀ ਬਾਣੀ ਦੀ ਕਥਾ ਕਰਦਿਆਂ, ਗਰੀਬ ਨਵਾਜ ਜੀ ਦਾ ਉਪਦੇਸ਼ ਸਰਵਣ ਕਰਵਾਉਂਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਗੁਰੂ ਕੀ ਸੰਗਤ ਵੱਡੀ ਹੈ, ਬੱਚਾ ਜਾਣ ਕਰਕੇ ਖਿਮਾ ਕਰ ਦੇਣੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਹਨ, ਕਿਰਪਾ ਕਰਕੇ ਸਤਿਗੁਰੂ ਜੀ ਬਖਸ਼ ਲੈਣ, ਅੱਗੇ ਤੋਂ ਸਮੱਤ ਬਖਸ਼ਣ। ਇਸੇ ਪ੍ਰਕਾਰ ਵੱਧ ਚੜ੍ਹ ਕੇ ਸਾਧ ਸੰਗਤ ਜੀ ਹਾਜ਼ਰੀਆਂ ਭਰਿਆ ਕਰੋ, ਗੁਰੂ ਘਰ ਆ ਕੇ ਸੰਗਤ ਦਾ ਜਿਹੜਾ ਲਾਭ ਲਿਆ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ। ਹੁਣ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ, ਇਸ ਤੋਂ ਉਪਰੰਤ ਅਰਦਾਸ ਹੋਵੇਗੀ। ਸਰਮ ਪਈ ਨਾਰਾਇਣੈ, ਨਾਨਕ ਦਰ ਪਈ ਆਹੋ। ਭੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।